नानक तिस जन को सदा नमस्कार। तरन गगन नवखंड मह ज्योत स्वरूपी रहियो पर। पन मथुरा कछ भेद नहीं। गुर अर्जन परतख हर। बाणी गुरु गुरु है बाणी विच बाणी अमृत सारे। गुरबाणी कहा सेवक जन मन। परतख गुरु निस्तारे। वाहिगुरु साहिब जी सारंग महला पंजवा। चौपदे घर पंजवा। एक ओंकार सतगुर प्रसाद। हर भज आन करम बेकार। मान मोह ना बुझत तृष्णा। काल ग्रस संसार। हर भज आन करम बेकार। मान मोह ना बुझत तृष्णा। काल ग्रस संसार। रहाउ खात पीवत हस्त सोवत। औध बिति आसार। नरक उदर परमंत जलत। जम है कीनी सार। पर द्रोह करत बेकार निंदा। पाप रात कर चार। बिना सतगुर बोझ नाहि। तम मोह महा अंधार। बेक ठगौरी खाए मुठो। चित ना सिरजनहार। गोबिंद गोपत होए रहयो नियारो। मातंग मत अहंकार। कार कृपा प्रभ संत राखे।
चरण कमल आधार कर जोर नानक शरण आयो गोपाल पुरख अपार कर कृपा प्रभ संत राखे चरण कमल आधार कर जोर नानक शरण आयो गोपाल पुरख अपार वाहिगुरु जी का खालसा वाहिगुरु जी की फतेह। साध संगत जी, सतगुरां दे अज दे इन्हां पावन बचनां दी विचार दी सेवा निभा रहे हैं सत्कारयोग ਗਿਆਨੀ परविंदरपाल सिंह जी बुट्टर, दमदमी टकसाल जथा पिंडरा मेहता वाले। आप संगतां दे चरनां विच बेनती है, अज धन धन साहिब श्री गुरु अर्जन देव महाराज जी का गुरता गद्दी पुरब है। धन धन श्री गुरु रामदास महाराज जियां दा ज्योति जो समाउण दा पुरब है। सरबत संगतां दे चरनां विच बेनती, वध तों वध गुरु घर विच हाजरियां भर के सेवा करके अपने जीवन नूं सफला बनाओ। आओ हुण गुरबाणी विचार दा आनंद माणीए। वाहिगुरु जी का खालसा वाहिगुरु जी की फतेह। वाहिगुरु साहिब जी। डंडौत बंदन अनक बार, सर्ब कला समरथ डोलन ते राखो प्रभु, नानक दे कर हथ। गुर दाता गुर हिवै घर, गुर दीपक तिह लोय। अमर पदार्थ नानका, मन मान्य सुख होय। अंत न पावत देव सबै मोन, इंद्र महाशिव जोग करी। फौन वेद बिरंच विचार रहयो, हर जाप न छाड्यो एक करी। मथुरा जन को प्रभ दीन दयाल है, संगत सृष्ट निहाल करी। रामदास गुरु जग तारन कौ, गुर जोत अर्जन माहे तरी। तरण गगन नवखंड मह, जोत स्वरूपी रहयो पर। भन मथुरा कछ भेद नहीं, गुर अर्जन पर तख हर। सतनाम श्री वाहिगुरु साहिब जी। सारंग महला पंडवा, चौपदे घर पंडवा। एक ओंकार
ਸਤਿਗੁਰ ਪ੍ਰਸਾਦ। ਹਰ ਭਜ ਆਨ ਕਰਮ ਵਿਕਾਰ, ਮਾਨ ਮੋਹ ਨਾ ਬੁਝਤ ਤ੍ਰਿਸ਼ਨਾ, ਕਾਲ ਗ੍ਰਸ ਸੰਸਾਰ। ਹਰ ਭਜ ਆਨ ਕਰਮ ਵਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੇ ਚਰਨ ਛੋਹ ਪ੍ਰਾਪਤ ਮਹਾਨ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਕਿਰਪਾ ਨਾਲ ਸਤ ਸੰਗਤ ਦਾ ਇਹ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਨਿਤ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਅਤੇ ਕੀਰਤਨ ਉਪਰੰਤ ਵਡਭਾਗੀ ਸੰਗਤਾਂ ਗੁਰ ਸ਼ਬਦ ਦੀ ਕਥਾ ਵਿਚਾਰ ਸਰਵਣ ਕਰਨ ਲਈ ਗੁਰ ਦਰਬਾਰ ਵਿੱਚ ਸੱਜੀਆਂ ਨੇ ਔਰ ਦੇਸ਼ ਪ੍ਰਦੇਸ਼ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਪ੍ਰੇਮੀ ਸੰਗਤਾਂ ਗੁਰ ਚਰਨਾਂ ਨਾਲ ਜੁੜ ਰਹੀਆਂ ਹਨ। ਪਰਮ ਸਤਿਕਾਰਯੋਗ ਗ੍ਰੰਥੀ ਸਾਹਿਬ ਜੀ ਨੇ ਆਪ ਜੀ ਨੂੰ ਦਰਸਾਇਆ ਅੱਜ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਔਰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ। ਸਾਧ ਸੰਗਤ ਜੀ, ਇਹ ਗੁਰੂ ਕੇ ਪੁਰਬ, ਇਹ ਗੁਰੂ ਕੇ ਦਿਹਾੜੇ ਸਾਨੂੰ ਗੁਰੂ ਕੇ ਕੌਤਕਾਂ ਦੀ ਯਾਦ ਦਿਵਾਉਂਦੇ ਨੇ, ਗੁਰੂ ਕੇ ਉਪਦੇਸ਼ ਦੀ ਸਾਨੂੰ ਯਾਦ ਦਿਵਾਉਂਦੇ ਹਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਜੀ ਕੀ ਪਵਿੱਤਰ ਧਰਤੀ ਤੇ ਸਤਿਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਵੈਸਾਖ ਵਦੀ ਸਪਤਮੀ ਸੰਮਤ 1620 ਬਿਕਰਮੀ ਨੂੰ ਅਵਤਾਰ ਧਾਰਨ ਕੀਤਾ। ਸੰਗਤਾਂ ਇਹ ਇਤਿਹਾਸ ਜਾਣਦੀਆਂ ਨੇ ਕਿ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਇੱਕ ਸਿੱਖ ਦੇ ਰੂਪ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੇ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦੇ ਸਨ, ਉੱਚਾ ਲੰਮਾ ਕੱਦ, ਗੋਰਾ ਨਿਸ਼ੋ ਚਿਹਰਾ ਔਰ ਸੁਭਾਅ ਜਿਹੜਾ ਸੀ ਅਤਿਅੰਤ ਹੀ ਗੁਰਮੁਖਤਾਈ ਵਾਲਾ, ਪ੍ਰਭੂ ਰੰਗਣ ਵਿੱਚ ਰੰਗਿਆ ਹੋਇਆ, ਸਰਬ ਗੁਣ ਸੰਪੰਨ ਵੇਖ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਤਿਨਾਂ ਦੇ ਨਾਲ ਕਰ ਦਿੱਤਾ ਔਰ ਆਪ ਆਨੰਦ ਕਾਰਜ ਕੀਤਾ ਸੀ। 1612 ਬਿਕਰਮੀ ਵਿੱਚ ਚੌਥੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ। 1615 ਸੰਮਤ ਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਦਾ ਜਨਮ ਹੋਇਆ ਹੈ। 1618 ਵਿੱਚ ਦੂਸਰੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਪ੍ਰਗਟੇ ਹਨ ਔਰ ਵੈਸਾਖ ਵਦੀ ਸਪਤਮੀ 1620 ਬਿਕਰਮੀ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਇਉਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਾਵੇਂ ਕਿ ਸਰੀਰਕ ਉਮਰ ਦੇ ਵਿੱਚ ਆਪਣੇ ਦੋ ਵੱਡੇ ਭਰਾਵਾਂ ਨਾਲੋਂ ਛੋਟੇ ਹਨ, ਪਰ ਅਧਿਆਤਮਿਕ ਗੁਣਾਂ ਕਰਕੇ, ਆਪਣੇ ਸੁਭਾਅ ਕਰਕੇ, ਆਪਣੀ ਅਵਸਥਾ ਕਰਕੇ ਆਪ ਜੀ ਸਭ ਨਾਲੋਂ ਵੱਡੇ, ਸਭ ਨਾਲੋਂ ਉੱਤਮ ਹਨ। ਬਚਪਨ ਦੀ ਛੋਟੀ ਜਿਹੀ ਉਸ ਉਮਰ ਦੇ ਵਿੱਚ ਜਗਤ ਗੁਰੂ ਆਪਣੇ ਸਤਿਕਾਰਯੋਗ ਨਾਨਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਗੋਦ ਦਾ ਸੁਭਾਗ ਪ੍ਰਾਪਤ ਹੋਇਆ ਔਰ ਉਹਨਾਂ ਦੇ ਕੋਲੋਂ ਅਨੇਕਾਂ ਵਾਰ ਬਖਸ਼ਿਸ਼ ਦੇ ਬਚਨ ਆਪ ਜੀ ਨੂੰ ਪ੍ਰਾਪਤ ਹੋਏ। ਵਿਸਥਾਰ ਨਹੀਂ, ਸੰਖੇਪ ਵਿੱਚ ਹੀ ਮੈਂ ਬੇਨਤੀ ਕਰਾਂਗਾ। ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਥਾ ਕਹਿ ਕੇ ਵਡਿਆਇਆ
ਔਰ ਮਹਾਨ ਬਖਸ਼ਿਸ਼ਾਂ ਕੀਤੀਆਂ। ਉਹ ਸਮਾਂ ਆਇਆ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਆਪ ਭਾਦਰੋਂ ਸੁਦੀ ਪੂਰਨਮਾਸੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ। ਆਪ ਜੀ ਦੇ ਹੋਏ ਹੁਕਮ ਦੇ ਮੁਤਾਬਕ ਕੰਗ, ਮਾਈ, ਤੁੰਗ ਇਤਿਆਦਿਕ ਪਿੰਡਾਂ ਦੇ ਵਿਚਾਲੇ ਦੀ ਜਿਹੜੀ ਰੱਕੜ ਜ਼ਮੀਨ ਪਈ ਸੀ, ਬੇਰੀਆਂ ਦੇ ਸੰਘਣੇ ਝੁੰਡ ਸਨ, ਉੱਥੇ ਆ ਕੇ ਆਪ ਜੀ ਨੇ ਨਵਾਂ ਨਗਰ ਵਸਾਉਣਾ ਆਰੰਭ ਕੀਤਾ ਸੀ। ਚੌਥੇ ਪਾਤਸ਼ਾਹ ਜੀ ਨੇ ਜਿਸ ਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ। ਇਸ ਗੁਰੂ ਕੇ ਚੱਕ ਨੂੰ ਹੀ ਪੰਚਮ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਰਾਮਦਾਸਪੁਰ ਕਿਹਾ ਤੇ ਅੰਮ੍ਰਿਤ ਸਰੋਵਰ ਦੇ ਨਾਮ ਨਾਲ ਅੱਜ ਆਪਾਂ ਇਸ ਨਗਰੀ ਨੂੰ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਤਕਰੀਬਨ ਪੌਣੇ 7 ਸਾਲ ਦਾ ਅਰਸਾ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਕਾਲ, ਜਿਸ ਸਮੇਂ ਵਿੱਚ ਇਹ ਨਗਰ ਵਸਾਇਆ ਤੇ ਪਰ ਉਪਕਾਰ ਦੇ ਹੋਰ ਅਨੇਕਾਂ ਕਾਰਜ ਕੀਤੇ, ਬੇਅੰਤ ਜੀਵਾਂ ਦਾ ਸੰਸਾਰ ਤੋਂ ਪਾਰ ਉਤਾਰਾ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਉਹਨਾਂ ਸੰਗਤਾਂ ਦੀ ਰਿਹਾਇਸ਼ ਵਾਸਤੇ, ਉਹਨਾਂ ਦੇ ਲੰਗਰ ਪਾਣੀ ਵਾਸਤੇ ਤੇ ਹੋਰ ਜ਼ਰੂਰਤਾਂ ਦੇ ਵਾਸਤੇ ਜੋ ਪ੍ਰਬੰਧਾਂ ਦੀ ਜ਼ਰੂਰਤ ਹੈ, ਉਹ ਸਾਰੇ ਪ੍ਰਬੰਧ ਚੌਥੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਜੀ ਕਰਿਆ ਕਰਦੇ ਸਨ। ਬਾਬਾ ਮਹਾਦੇਵ ਮਸਤ ਸੁਭਾਅ ਵਿੱਚ ਰਹਿਣ ਵਾਲੇ ਸਨ। ਹੁਣ ਜਦੋਂ ਕਿ ਸੰਗਤਾਂ ਵੱਲੋਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਗੁਰਦਰਬਾਰ ਵਿੱਚ ਆਉਂਦੀਆਂ ਨੇ, ਉਹਨਾਂ ਦੀ ਸਾਂਭ ਸੰਭਾਲ ਵੀ ਪ੍ਰਿਥੀ ਚੰਦ ਕਰਦਾ ਹੈ ਤੇ ਖਰਚ ਆਮਦਨ ਦਾ ਸਾਰਾ ਹਿਸਾਬ ਵੀ ਉਹੀ ਰੱਖਦਾ ਹੈ। ਸਤਿਗੁਰੂ ਰਾਮਦਾਸ ਜੀ ਤਾਂ ਕਦੇ ਨਿਗਾਹ ਭਰ ਕੇ ਆਈ ਮਾਇਆ ਵੱਲ ਤੇ ਪਦਾਰਥਾਂ ਵੱਲ ਵੇਖਦੇ ਵੀ ਨਹੀਂ। ਨਾ ਹੀ ਬਾਬਾ ਮਹਾਦੇਵ ਜੀ ਨੂੰ, ਨਾ ਹੀ ਸ੍ਰੀ ਅਰਜਨ ਦੇਵ ਸਾਹਿਬ ਜੀ ਨੂੰ ਇਸ ਪਾਸੇ ਦੀ ਕੋਈ ਖਿੱਚ ਹੈ। ਪਰ ਪ੍ਰਿਥੀ ਚੰਦ ਦਾ ਸੁਭਾਅ ਐਸਾ ਸੀ ਜੈਸਾ ਕਿ ਭਗਤ ਰਸਨਾ ਰਾਹੀਂ ਗੁਰਬਾਣੀ ਦਾ ਬਚਨ ਹੈ, ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੁੱਬਹੁ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਭਾਵੇਂ ਕਿ ਸਤਿਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟਿਆ ਗੁਰੂ ਕਾ ਪੁੱਤਰ ਹੈ, ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਨ ਦਾ ਸਮਾਂ ਮਿਲਦਾ ਰਿਹਾ, ਪਰ ਉਹੀ ਬਾਂਸ ਵਰਗੀ ਕਠੋਰਤਾ ਹੋਣ ਕਰਕੇ ਸ਼ੁਭ ਗੁਣਾਂ ਦਾ ਧਾਰਨੀ ਨਾ ਬਣ ਸਕਿਆ। ਸਾਰੀ ਉਮਰ ਆਪਣੇ ਮਨ ਵਿੱਚ ਖੋਟ ਹੀ ਰੱਖੀ, ਟੇਢਤਾਈ ਹੀ ਰੱਖੀ। ਉਹ ਗੁਰੂ ਘਰ ਦੀਆਂ ਆਉਣ ਵਾਲੀਆਂ ਭੇਟਾਵਾਂ ਵਿੱਚੋਂ ਕਾਫੀ ਹਿੱਸਾ ਆਪਣੇ ਨਿੱਜ ਵਾਸਤੇ ਵਰਤਦਾ, ਆਪ ਜਮ੍ਹਾਂ ਕਰਦਾ ਤੇ ਬਾਕੀ ਸਾਰਾ ਪ੍ਰਬੰਧ ਸੰਭਾਲਦਾ ਸੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭਾਵੇਂ ਦੋਵਾਂ ਭਰਾਵਾਂ ਤੋਂ ਛੋਟੇ ਨੇ, ਪਰ ਆਪ ਜੀ ਦੀ ਸੋਚ ਬੜੀ ਉਚੇਰੀ ਹੈ, ਆਪ ਜੀ ਦੇ ਮਨ ਦੀ ਭਾਵਨਾ ਬੜੀ ਉੱਤਮ ਹੈ। ਪ੍ਰਿਥੀ ਚੰਦ ਤਾਂ ਇਹੀ ਸੋਚਦਾ ਹੈ ਕਿ ਮੇਰੇ ਪਿਤਾ ਜੀ ਜਗਤ ਦੇ ਪੂਜਨੀਕ ਹਨ, ਦੁਨੀਆ ਆ ਕੇ ਝੁਕਦੀ ਹੈ ਤੇ ਗੁਰੂ ਕਾ ਵੱਡਾ ਪੁੱਤਰ ਹੋਣ ਕਰਕੇ ਮੈਂ ਵੀ ਓਨੇ ਸਤਿਕਾਰ ਦਾ ਪਾਤਰ ਹਾਂ। ਇਉਂ ਆਪਣੇ ਬਥੇਰੇ ਸੇਵਾਦਾਰ ਇੰਨੇ ਰੱਖੇ ਹੋਏ ਸੀ। ਬਾਬਾ ਮਹਾਦੇਵ ਜੀ ਭਾਵੇਂ ਕਿ ਵਰਕਤ ਹਨ, ਦੁਨੀਆ ਦੇ ਨਾਲ ਉਹਨਾਂ ਦੀ ਪਕੜ ਕੋਈ ਨਹੀਂ, ਪਰ ਗੁਰੂ ਪਿਤਾ ਦਾ ਬਚਨ ਮੰਨਣ ਦੀ ਭਾਵਨਾ ਤਿਨਾਂ ਦੇ ਮਨ ਵਿੱਚ ਵੀ ਪਰਪੱਕ ਨਹੀਂ। ਪਰ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੁਭਾਅ ਐਸਾ ਹੈ ਕਿ ਸੰਸਾਰਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਨੂੰ ਪਾਸੇ ਰੱਖ ਕੇ ਗੁਰੂ ਅਤੇ ਚੇਲੇ ਦਾ ਜਿਹੜਾ ਅਧਿਆਤਮਿਕ ਨਾਤਾ ਹੁੰਦਾ ਹੈ, ਉਸ ਨੂੰ ਪ੍ਰਮੁੱਖ ਰੱਖਿਆ। ਸਤਿਗੁਰੂ ਰਾਮਦਾਸ ਜੀ ਨੂੰ ਕੇਵਲ ਆਪਣਾ ਸੰਸਾਰਕ ਪਿਤਾ ਹੀ ਨਹੀਂ, ਬਲਕਿ ਆਪਣਾ ਗੁਰੂ, ਆਪਣਾ ਇਸ਼ਟ, ਆਪਣਾ ਪੂਜਨੀਕ ਅਕਾਲ ਪੁਰਖ ਵਾਹਿਗੁਰੂ ਦਾ ਪਰਮ ਪ੍ਰਤੱਖ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਚੌਥੀ ਜੋਤ ਕਰਕੇ ਜਾਣਿਆ। ਐਸੀ ਉੱਤਮ ਭਾਵਨਾ ਆਪ ਜੀ ਦੇ ਮਨ ਵਿੱਚ ਸੀ। ਇਤਿਹਾਸ ਵਰਣਨ ਕਰਦਾ ਹੈ ਕਿ ਚੂਨਾ ਮੰਡੀ ਲਾਹੌਰ ਤੋਂ ਚੱਲ ਕੇ ਸਤਿਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ, ਜੋ ਰਿਸ਼ਤੇ ਵਿੱਚ ਇਉਂ ਵੱਡੇ ਭਰਾਤਾ ਲੱਗਦੇ ਨੇ, ਬਾਬਾ ਸੰਹਾਰੀ ਮੱਲ ਜੀ,
ਉਹ ਅੰਮ੍ਰਿਤਸਰ ਦੀ ਧਰਤੀ ਤੇ ਆਏ ਸਨ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਦੇਣ ਲਈ। ਤੇ ਜਦ ਬੇਨਤੀ ਕੀਤੀ ਸੀ ਸਤਿਗੁਰੂ ਰਾਮਦਾਸ ਜੀ ਨੂੰ ਕਿ ਆਪ ਜੀ ਵਿਆਹ ਵਿੱਚ ਸ਼ਾਮਲ ਹੋਵੋ, ਤਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਸਾਡਾ ਜਾਣਾ ਯੋਗ ਨਹੀਂ ਹੋਵੇਗਾ। ਸਤਿਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੀਆਂ ਸੰਗਤਾਂ ਆਪਣੀਆਂ ਮਨੋਕਾਮਨਾ ਲੈ ਕੇ, ਦਰਸ਼ਨ ਦੀਦਾਰਿਆਂ ਦੀ ਆਸ ਲੈ ਕੇ ਇੱਥੇ ਆਉਂਦੀਆਂ। ਜੇ ਇੱਥੇ ਅਸੀਂ ਉਹਨਾਂ ਨੂੰ ਨਾ ਮਿਲੀਏ ਤਾਂ ਉਹਨਾਂ ਨੂੰ ਨਿਰਾਸ਼ਾ ਹੋਵੇਗੀ, ਇਹ ਸੰਗਤਾਂ ਦੀ ਬੇਅਦਬੀ ਹੋਵੇਗੀ। ਜੇ ਸੰਗਤਾਂ ਨਾਲ ਲਾਹੌਰ ਚਲੀਆਂ ਜਾਣ, ਆਉਣ ਵਾਲੀਆਂ ਸੰਗਤਾਂ ਵੀ ਲਾਹੌਰ ਆਉਣ, ਤਾਂ ਤੁਹਾਡੇ ਵਾਸਤੇ ਪ੍ਰਬੰਧ ਕਰਨਾ ਔਖਾ ਹੋਵੇਗਾ। ਲਾਹੌਰ ਨਿਵਾਸੀ ਸੰਗਤਾਂ ਤਾਂ ਪ੍ਰਬੰਧ ਕਰ ਲੈਣਗੀਆਂ, ਪਰ ਜਦੋਂ ਬਰਾਤ ਲੈ ਕੇ ਜਾਣਾ ਉਹਨਾਂ ਵਾਸਤੇ ਪ੍ਰਬੰਧ ਕਰਨਾ ਕਠਿਨ ਹੋਵੇਗਾ। ਇਸ ਲਈ ਸਾਡਾ ਜਾਣਾ ਕਦਾਚਿਤ ਵੀ ਯੋਗ ਨਹੀਂ। ਸਹਾਰੀ ਮਲ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੇ ਆਪ ਨਹੀਂ ਜਾ ਸਕਦੇ ਤਾਂ ਆਪਣੇ ਵੱਲੋਂ ਜ਼ਿੰਮੇਵਾਰੀ ਨਿਭਾਉਣ ਵਾਸਤੇ ਆਪਣੇ ਸਾਹਿਬਜ਼ਾਦਾ ਜੀ ਨੂੰ ਭੇਜ ਦਿਓ। ਤਦੋਂ ਵੱਡੇ ਪੁੱਤਰ ਨੂੰ ਕਾਰ ਮੁਖਤਿਆਰ ਜਾਣ ਕੇ ਪ੍ਰਿਥੀ ਚੰਦ ਨੂੰ ਚੌਥੇ ਪਾਤਸ਼ਾਹ ਜੀ ਨੇ ਕੋਲ ਬੁਲਾਇਆ ਸੀ। ਪੁੱਤਰ ਪ੍ਰਿਥੀ ਚੰਦ, ਤੇਰੇ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਹੈ, ਜਾਂ ਲਾਹੌਰ ਜਾਓ ਤੇ ਸੂਝ ਸਿਆਣਪ ਨਾਲ ਸਾਰੀ ਜ਼ਿੰਮੇਵਾਰੀ ਨਿਭਾਓ। ਮਨ ਵਿੱਚ ਸੋਚਦਾ ਹੈ ਪ੍ਰਿਥੀ ਚੰਦ ਕਿ ਮੈਂ ਚਲਿਆ ਜਾਵਾਂਗਾ ਤਾਂ ਮੇਰੀ ਗੈਰ ਹਾਜ਼ਰੀ ਵਿੱਚ ਇਹ ਕਾਰ ਮੁਖਤਿਆਰ ਕੋਈ ਹੋਰ ਬਣ ਜਾਵੇਗਾ, ਜ਼ਿੰਮੇਵਾਰੀ ਕੋਈ ਹੋਰ ਸਾਂਭ ਲਵੇਗਾ। ਦੂਸਰੀ ਗੱਲ ਕਿ ਜੋ ਮੈਂ ਘਪਲਾ ਕਰਦਾ ਹਾਂ ਸਾਰੀ ਇਸ ਚੜ੍ਹਤ ਚੜਾਵੇ ਦੀ ਭੇਟਾ ਵਿੱਚ, ਮਾਇਆ ਵਿੱਚ ਜੋ ਆਪਣੇ ਵਾਸਤੇ ਰੱਖਦਾ ਹੈ, ਇਹ ਵੀ ਭੇਦ ਖੁੱਲ ਜਾਵੇਗਾ। ਤੇ ਤੀਸਰੀ ਗੱਲ ਕਿ ਮੇਰੀ ਗੈਰ ਹਾਜ਼ਰੀ ਵਿੱਚ ਗੁਰਤਾ ਨਾ ਸਤਿਗੁਰੂ ਜੀ ਨੂੰ ਕਿਸੇ ਹੋਰ ਨੂੰ ਦੇ ਦੇਣ। ਇਉਂ ਮਨ ਵਿੱਚ ਖੋਟ ਰੱਖਦਿਆਂ ਹੋਇਆਂ ਸੋਚਾਂ ਸੋਚ ਕੇ ਕਹਿਣ ਲੱਗਾ ਕਿ ਪਿਤਾ ਜੀ, ਆਪ ਜੀ ਦੇਖਦੇ ਹੀ ਹੋ ਇੱਥੇ ਕਿੱਡਾ ਵੱਡਾ ਪ੍ਰਬੰਧ ਹੈ, ਕਿੱਡੀ ਵੱਡੀ ਮੇਰੀ ਜ਼ਿੰਮੇਵਾਰੀ ਹੈ, ਇਹ ਛੱਡ ਕੇ ਭਲਾ ਮੈਂ ਕਿਵੇਂ ਜਾ ਸਕਦਾ। ਸਤਿਗੁਰੂ ਰਾਮਦਾਸ ਜੀ ਨੇ ਬਚਨ ਕੀਤੇ, ਪੁੱਤਰ ਇਹ ਜ਼ਿੰਮੇਵਾਰੀ ਕੋਈ ਹੋਰ ਵੀ ਸਾਂਭ ਲਵੇਗਾ, ਗੁਰੂ ਘਰ ਦੇ ਕਾਰਜ ਚੱਲਦੇ ਰਹਿਣਗੇ, ਤੂੰ ਸਾਡਾ ਬਚਨ ਮੰਨ, ਆਗਿਆ ਦਾ ਪਾਲਣ ਕਰ। ਪਰ ਪ੍ਰਿਥੀ ਚੰਦ ਹੋਰਾਂ ਇਨਕਾਰ ਕਰ ਦਿੱਤਾ ਸੀ ਕਿ ਇਹ ਸਾਰਾ ਪ੍ਰਬੰਧ ਛੱਡ ਕੇ ਮੈਂ ਨਹੀਂ ਜਾ ਸਕਦਾ। ਤਿਨਾਂ ਦੇ ਇਨਕਾਰ ਕਰਨ ਤੋਂ ਬਾਬਾ ਮਹਾਦੇਵ ਜੀ ਨੂੰ ਸਤਿਗੁਰੂ ਜੀ ਨੇ ਪ੍ਰੇਰਿਆ ਕਿ ਤੁਹਾਡੇ ਤਾਇਆ ਦੇ ਪੁੱਤਰ ਦੀ, ਤੁਹਾਡੇ ਭਰਾ ਦੀ ਸ਼ਾਦੀ ਹੈ, ਜਾਓ ਜਾ ਕੇ ਸ਼ਾਮਲ ਹੋਵੋ। ਉਹ ਕਹਿਣ ਲੱਗੇ ਕਿ ਕੌਣ ਤਾਇਆ, ਕੌਣ ਭਰਾ, ਕੌਣ ਕੋਈ ਹੋਰ ਰਿਸ਼ਤੇਦਾਰ ਸਾਕ ਸੰਬੰਧੀ, ਕੀ ਵਿਆਹ ਸ਼ਾਦੀ, ਕੀ ਗਮੀ, ਮੈਨੂੰ ਇਹਨਾਂ ਚੀਜ਼ਾਂ ਨਾਲ ਸਰੋਕਾਰ ਹੀ ਕੋਈ ਨਹੀਂ। ਭਾਵੇਂ ਕਿ ਇਹ ਤਿਆਗ ਬਿਰਤੀ ਚੰਗੀ ਹੈ, ਪਰ ਗੁਰੂ ਕਾ ਹੁਕਮ ਸਭ ਤੋਂ ਉੱਪਰ ਹੋਇਆ ਕਰਦਾ ਹੈ। ਉਹ ਬਚਨ ਨਹੀਂ ਕਮਾ ਸਕੇ ਬਾਬਾ ਮਹਾਦੇਵ ਜੀ, ਗੁਰੂ ਕੇ ਬਚਨ ਦੀ ਪਾਲਣਾ ਨਹੀਂ ਕੀਤੀ ਜਾਣ ਤੋਂ ਉਹਨਾਂ ਵੀ ਇਨਕਾਰ ਕਰ ਦਿੱਤਾ ਸੀ। 15 ਸਾਲ ਦੀ ਉਮਰ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ। ਦੋਹਾਂ ਪੁੱਤਰਾਂ ਦੇ ਇਉਂ ਇਨਕਾਰ ਕਰਨ ਤੋਂ, ਆਗਿਆ ਦਾ ਪਾਲਣ ਨਾ ਕਰਨ ਤੋਂ, ਸਤਿਗੁਰੂ ਰਾਮਦਾਸ ਜੀ ਨੇ ਜਦੋਂ ਆਪ ਜੀ ਨੂੰ ਬਚਨ ਕੀਤਾ ਕਿ ਬੇਟਾ ਜੀ ਤੁਸੀਂ ਜਾਓ, 7 ਬਚਨ ਕਹਿ ਕੇ ਸੀਸ ਝੁਕਾ ਦਿੱਤਾ ਤੇ ਤਿਆਰੀ ਕਰ ਲਈ। ਸਾਰੀ ਤਿਆਰੀ ਕਰਕੇ ਜਦੋਂ ਹੁਣ ਚਾਲੇ ਪਾਉਣ ਲੱਗਿਆ ਅਰਦਾਸ ਬੇਨਤੀ ਕਰਨ ਵਾਸਤੇ ਗੁਰੂ ਕੇ ਚਰਨਾਂ ਵਿੱਚ ਆਏ, ਤਾਂ ਸਤਿਗੁਰੂ ਰਾਮਦਾਸ ਜੀ ਨੇ ਬਚਨ ਕਰ ਦਿੱਤਾ ਕਿ ਤਕਰੀਬਨ ਮਹੀਨਾ ਭਰ ਉੱਥੇ ਇਹਨਾਂ ਘਰ ਦੇ ਕਾਰਜਾਂ ਵਿੱਚ ਜ਼ਿੰਮੇਵਾਰੀ ਨਿਭਾਉਣੀ ਹੈ। ਤੇ ਫਿਰ ਉਹ ਚੂਨਾ ਮੰਡੀ ਦਾ ਜਿਹੜਾ ਅਸਥਾਨ ਹੈ ਉੱਥੇ ਧਰਮਸ਼ਾਲਾ ਗੁਰ ਅਸਥਾਨ ਕਾਇਮ ਕਰਕੇ ਉੱਥੇ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੈ, ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ ਨੇ। ਜਿੰਨਾ ਚਿਰ ਵਾਪਸ ਨਾ ਬੁਲਾਈਏ, ਬਿਨਾਂ ਬੁਲਾਏ ਵਾਪਸ ਨਹੀਂ ਆਉਣਾ। 7 ਬਚਨ ਕਹਿ ਕੇ ਚਾਲੇ ਪਾ ਦਿੱਤੇ। ਭਾਵੇਂ ਕਿ ਗੁਰੂ ਕੇ ਚਰਨਾਂ ਤੋਂ ਵਿਛੜਨਾ ਮਨ ਨੂੰ ਭਾਉਂਦਾ ਨਹੀਂ, ਪਰ ਗੁਰੂ ਕੀ ਆਗਿਆ ਪ੍ਰਥਮ ਹੈ, ਗੁਰੂ ਕੇ ਹੁਕਮ ਦੀ ਪਾਲਣਾ ਜ਼ਰੂਰੀ ਹੈ। ਚਲੇ ਗਏ, ਲਾਹੌਰ ਪਹੁੰਚੇ। ਵਿਆਹ ਦੇ ਕਾਰਜ ਸਾਰੇ ਨਿਭਾਉਣ ਉਪਰੰਤ ਗੁਰੂ ਕੇ ਬਚਨ ਨੂੰ ਮੁੱਖ ਰੱਖਦਿਆਂ ਹੋਇਆਂ ਧਰਮਸ਼ਾਲਾ ਸਥਾਪਿਤ ਕਰਕੇ ਉੱਥੇ ਆਪਣਾ ਨਿਵਾਸ ਰੱਖਦਿਆਂ ਗੁਰਮਤਿ ਪ੍ਰਚਾਰ ਆਪ ਜੀ ਨੇ ਆਰੰਭਿਆ। ਇੱਧਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਦੀ ਪਰਖ ਕਰਨ ਵਾਸਤੇ, ਭਾਵੇਂ ਕਿ ਜਾਣਦੇ ਨੇ, ਅੰਤਰਜਾਮੀ ਨੇ, ਪਰ ਸੰਗਤਾਂ ਨੂੰ ਦ੍ਰਿੜਾਉਣ ਵਾਸਤੇ ਕਿ ਕੈਸਾ ਸਿਦਕ ਹੈ ਸਤਿਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ, ਕੈਸਾ ਗੁਰਚਰਨਾਂ ਦਾ ਪਿਆਰ ਹੈ ਤੇ ਕੈਸੀ ਹੁਕਮ ਮੰਨਣ ਦੀ ਪ੍ਰਵਿਰਤੀ ਹੈ, ਹੁਕਮ ਦੇ ਕੈਸੇ ਬੱਝੇ ਨੇ, ਆਪ ਜੀ ਨੇ ਵਾਪਸ ਬੁਲਾਇਆ ਨਹੀਂ।
ਦਿਨ ਬੀਤਦੇ ਨੇ, ਹਫ਼ਤੇ ਬੀਤਦੇ ਨੇ, ਮਹੀਨੇ ਬੀਤਦੇ ਨੇ। ਮਹੀਨਾ ਬੀਤਦਿਆਂ ਸਾਲ ਦਰ ਸਾਲ ਬੀਤ ਰਹੇ ਨੇ, ਪਰ ਅੰਮ੍ਰਿਤਸਰ ਤੋਂ ਸੁਨੇਹਾ ਨਹੀਂ ਆ ਰਿਹਾ। ਆਪ ਜੀ ਦੇ ਮਨ ਦੀ ਬਿਹਬਲ ਅਵਸਥਾ ਹੈ। ਅੰਤਰ ਆਤਮੇ ਤਾਂ ਭਾਵੇਂ ਗੁਰੂ ਨਾਲ ਇੱਕ ਮਿੱਕ ਨੇ, ਭਿੰਨ ਭੇਦ ਕੋਈ ਨਹੀਂ, ਪਰ ਪ੍ਰਤੱਖ ਦਰਸ਼ਨਾਂ ਵਾਸਤੇ ਮਨ ਅੰਦਰ ਬੜੀ ਤੀਬਰ ਤਾਂਘ ਹੈ। ਦਿਲ ਕਰਦਾ ਹੈ ਕਿ ਹੁਣੇ ਚਲੇ ਜਾਈਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਈਏ, ਗੁਰੂ ਕੇ ਦਰਸ਼ਨ ਕਰੀਏ, ਪਰ ਹੁਕਮ ਦੇ ਵੱਜੇ ਨੇ ਕਿ ਬੁਲਾਏ ਬਿਨਾ ਨਹੀਂ ਆਉਣਾ। ਉਸ ਹੁਕਮ ਦੀ ਉਲੰਘਣਾ ਵੀ ਨਹੀਂ ਕਰਦੇ। ਕਈ ਵਾਰ ਇਉਂ ਧਰਮਸ਼ਾਲਾ ਦੀ ਛੱਤ ਤੇ ਚੜ੍ਹ ਕੇ ਅੰਮ੍ਰਿਤਸਰ ਤੋਂ ਆਉਂਦੇ ਰਾਹ ਵੱਲ ਨੂੰ ਤੱਕਦੇ ਨੇ ਕਿ ਕੋਈ ਗੁਰੂ ਕਾ ਪਿਆਰਾ ਸਿੱਖ ਗੁਰੂ ਕਾ ਸੰਦੇਸ਼ਾ ਲੈ ਕੇ ਆਉਂਦਾ ਹੋਵੇ, ਪਰ ਜਦੋਂ ਕੋਈ ਨਜ਼ਰੀ ਨਹੀਂ ਆਉਂਦਾ ਤਾਂ ਵੈਰਾਗ ਮਨ ਵਿੱਚ ਉਛਾਲੇ ਮਾਰਦਾ ਹੈ। ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਸੋ ਇਉਂ ਤਕਰੀਬਨ ਬੀਤਦਿਆਂ 3 ਸਾਲ ਦਾ ਅਰਸਾ ਬੀਤ ਗਿਆ ਤੇ ਜਦੋਂ ਹੁਣ ਬਹੁਤੀ ਬੇਬਲ ਅਵਸਥਾ ਹੋਈ ਹੈ, ਰਹਿ ਨਹੀਂ ਸਕੇ, ਤਾਂ ਉਸ ਵਕਤ ਪਿਤਾ ਸਤਿਗੁਰੂ ਜੀ ਨੂੰ ਪੱਤਰਕਾ ਲਿਖਣ ਦਾ, ਚਿੱਠੀ ਲਿਖਣ ਦਾ ਖਿਆਲ ਕੀਤਾ ਹੈਨ ਤਾਂ ਗੁਰੂ ਨਾਲ ਅੰਦਰੋਂ ਇੱਕ ਮਿੱਕ ਹੋਏ ਗੁਰੂ ਜੋਤ ਹਿਰਦੇ ਵਿੱਚ ਵਸਦੀ ਹੈ। ਆਪਾਂ ਭੱਟ ਰਸਨਾ ਰਾਹੀਂ ਬਚਨ ਪੜ੍ਹਦੇ ਹਾਂ, ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਸਰੀਰਕ ਤੌਰ ਤੇ ਜਨਮਦਿਆਂ ਹੀ ਬ੍ਰਹਮ ਦੇ ਨਾਲ ਇੱਕ ਮਿੱਕ ਨੇ, ਓਤ ਪੋਤ ਨੇ, ਪ੍ਰਤੱਖ ਹਰ ਦਾ ਰੂਪ ਨੇ। ਉਸ ਵਕਤ ਇਉਂ ਗੁਰਬਾਣੀ ਦੇ ਹੀ ਪਾਵਨ ਬਚਨ ਆਪ ਜੀ ਨੇ ਉਚਾਰਨ ਕੀਤੇ ਸਨ ਮਾਝ ਰਾਗ ਵਿੱਚ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਥ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਰਹਾਓ। ਆਪਣੇ ਹਜ਼ੂਰੀ ਸੇਵਾਦਾਰ ਸਿੱਖ ਨੂੰ ਭੇਜਿਆ ਕਿ ਸਾਡਾ ਸੰਦੇਸ਼ਾ ਇਹ ਸਤਿਗੁਰੂ ਮਹਾਰਾਜ ਤੱਕ ਪਹੁੰਚਾ ਦਿਓ ਕਿ ਮੇਰਾ ਮਨ ਆਪ ਜੀ ਦੇ ਪ੍ਰਤੱਖ ਦਰਸ਼ਨਾਂ ਨੂੰ ਲੋਚਦਾ ਹੈ। ਚਿੱਠੀ ਲੈ ਕੇ ਸਿੱਖ ਲਾਹੌਰ ਪਹੁੰਚਿਆ। ਅੱਗੇ ਪ੍ਰਿਥੀ ਚੰਦ ਮਿਲ ਪਿਆ। ਵੇਖਿਆ ਕਿ ਲਾਹੌਰ ਤੋਂ ਆਇਆ ਸਿੱਖ ਹੈ, ਛੋਟੇ ਭਰਾ ਦੇ ਕੋਲੋਂ ਕਾਰਨ ਪੁੱਛਿਆ ਆਉਣ ਦਾ, ਸੁਖ ਸਾਂਦ ਪੁੱਛੀ। ਸਿੱਖ ਨੇ ਦੱਸਿਆ ਕਿ ਚਿੱਠੀ ਲੈ ਕੇ ਆਇਆ। ਪ੍ਰਿਥੀ ਚੰਦ ਨੇ ਲੈ ਲਈ, ਖੋਲ ਕੇ ਪੜ੍ਹੀ। ਮਨ ਦੇ ਖੋਟ ਨੇ ਆਵਾਜ਼ ਦਿੱਤੀ ਕਿ ਇਹ ਚਿੱਠੀ ਗੁਰੂ ਤੱਕ ਨਹੀਂ ਪਹੁੰਚਣੀ ਚਾਹੀਦੀ। ਐਸਾ ਨਾ ਹੋਵੇ ਕਿ ਸਤਿਗੁਰੂ ਆਪਣੇ ਕੋਲ ਬੁਲਾ ਕੇ ਗੁਰਤਾ ਦੇ ਦੇਣ, ਮੈਂ ਵਾਂਝਾ ਰਹਿ ਜਾਵਾਂ। ਸਿੱਖ ਨੂੰ ਸਤਿਗੁਰੂ ਰਾਮਦਾਸ ਜੀ ਤੱਕ ਪਹੁੰਚਣ ਨਹੀਂ ਦਿੱਤਾ, ਵਾਪਸ ਮੋੜ ਦਿੱਤਾ। ਮੈਂ ਪੱਤਰਕਾ ਗੁਰੂ ਕੇ ਚਰਨਾਂ ਤੱਕ ਪਹੁੰਚਾ ਦੇਵਾਂਗਾ, ਗੁਰੂ ਕੀ ਅੱਗੇ ਆਉਣ ਦੀ ਆਗਿਆ ਨਹੀਂ ਹੈ। ਵਾਪਸ ਮੁੜਿਆ ਸਿੱਖ। ਸਮਾਂ ਬੀਤਿਆ, ਕੋਈ ਸੰਦੇਸ਼ਾ ਨਾ ਆਉਣ ਤੋਂ ਦੂਸਰੀ ਪੱਤਰਕਾ ਸਤਿਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਚਿਰ ਹੋਵਾ ਦੇਖੇ ਸਾਰੰਗ ਪਾਣੀ। ਧਨ ਸੋ ਦੇਸ ਜਹਾਂ ਤੋਂ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਰਹਾਓ। ਇਹ ਪੱਤਰਕਾ ਦੇ ਕੇ ਸਿੱਖ ਨੂੰ ਭੇਜਿਆ। ਇਹ ਵੀ ਪਹਿਲਾਂ ਦੀ ਤਰ੍ਹਾਂ ਪਿਰਥੀਏ ਦੇ ਹੱਥ ਆਈ, ਸਤਿਗੁਰੂ ਰਾਮਦਾਸ ਜੀ ਤੱਕ ਨਹੀਂ ਪਹੁੰਚੀ। ਹੁਣ ਤੀਸਰੀ ਵਾਰ ਤਾਂ ਆਪਣੀ ਬਹੁਤੀ ਹੀ ਬਿਹਬਲਤਾ ਵਾਲੀ ਅਵਸਥਾ ਦਰਸਾਈ ਹੈ। ਬਚਨ ਲਿਖੇ ਨੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਹੁਣ ਕਦ ਮਿਲ ਗਿਆ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਤ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਰਹਾਓ। ਸਿੱਖ ਨੂੰ ਤਾਕੀਦ ਕਰ ਦਿੱਤੀ ਕਿ ਜਿਵੇਂ ਕਿਵੇਂ ਵੀ ਹੋਵੇ ਇਹ ਚਿੱਠੀ ਸਤਿਗੁਰੂ ਰਾਮਦਾਸ ਜੀ ਪਿਤਾ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਦੇਣੀ ਨਹੀਂ, ਗੁਰੂ ਕੇ ਚਰਨਾਂ ਵਿੱਚ ਪਹੁੰਚਣੀ ਹੈ। ਸਿੱਖ ਨੇ ਵੀ ਅੰਮ੍ਰਿਤਸਰ ਪਹੁੰਚ ਕੇ ਪੂਰਾ ਖਿਆਲ ਰੱਖਿਆ ਕਿ ਪਿਛਲੀ ਵਾਰ ਦੀ ਤਰ੍ਹਾਂ ਮੈਂ ਪ੍ਰਿਥੀ ਚੰਦ ਦੀ ਨਜ਼ਰ ਵਿੱਚ ਨਾ ਆਵਾਂ। ਇਉਂ ਗੁਰ ਦਰਬਾਰ ਵਿੱਚ ਪਹੁੰਚਿਆ, ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਪੱਤਰਕਾ ਅੱਗੇ ਰੱਖੀ ਹੈ। ਖੋਲੀ ਪੱਤਰਕਾ ਚੌਥੇ ਪਾਤਸ਼ਾਹ ਜੀ ਨੇ ਪੜ੍ਹੀ। ਸੁੰਦਰ ਬਾਣੀ ਦੀ ਰਚਨਾ ਵੇਖ ਬੜੇ ਪ੍ਰਸੰਨ ਹੋਏ। ਬਾਬਾ ਬੁੱਢਾ ਸਾਹਿਬ ਜੀ ਹਜ਼ੂਰੀ ਵਿੱਚ ਨੇ ਉਹਨਾਂ ਨੂੰ ਪੱਤਰਕਾ ਦਿਖਾਈ। ਦੇਖੋ ਕੈਸੀ ਸੁੰਦਰ ਰਚਨਾ ਕੀਤੀ ਹੈ ਤੇ ਕਿੰਨੀ ਪ੍ਰੇਮ ਦੀ ਬਿਹਬਲਤਾ ਹੈ। ਬਚਨ ਕੀਤਾ ਕਿ ਜਾਓ, ਅਦਬ ਸਤਕਾਰ ਨਾਲ ਸਾਹਿਬਜ਼ਾਦਾ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਬਾਬਾ ਬੁੱਢਾ ਜੀ ਰਵਾਨਾ ਹੋਏ, ਲਾਹੌਰ ਪਹੁੰਚੇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੰਦੇਸ਼ਾ ਗੁਰੂ ਕਾ ਦਿੱਤਾ। ਚਾਲੇ ਪਾ ਕੇ ਲਾਹੌਰ ਤੋਂ ਸਤਿਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆਏ। ਸਤਿਗੁਰੂ ਰਾਮਦਾਸ ਜੀ ਕੀ ਹਜ਼ੂਰੀ ਵਿੱਚ ਪਹੁੰਚੇ, ਦਰਸ਼ਨ ਦੀਦਾਰੇ ਕੀਤੋ ਨੇ। ਤੇ ਹੁਣ
ਆਪਣੇ ਕੋਲ ਬਿਠਾ ਕੇ ਸਤਿਗੁਰੂ ਰਾਮਦਾਸ ਜੀ ਪੁੱਛਦੇ ਨੇ, ਸਪੁੱਤਰ ਜੀਓ, ਲਾਲ ਜੀਓ, ਇਹ 3 ਅੰਕ ਕਿਉਂ ਪਾਇਆ ਹੈ ਚਿੱਠੀ ਤੇ? ਔਰ ਇਸ ਦਾ ਭਾਵ ਪਹਿਲਾਂ 2 ਚਿੱਠੀਆਂ ਤੁਸਾਂ ਭੇਜੀਆਂ ਹੋਣਗੀਆਂ, ਇਹ 3 ਅੰਕ ਪਾਇਆ, ਕਾਰਨ ਦੱਸੋ। ਬੇਨਤੀ ਕੀਤੀ ਜੀ 2 ਪੱਤਰਕਾ ਪਹਿਲਾਂ ਵੀ ਭੇਜੀਆਂ ਸਨ, ਸਿੱਖ ਕੋਲੋਂ ਵੱਡੇ ਭਰਾਤਾ ਜੀ ਨੇ ਲਈਆਂ। ਪ੍ਰਿਥੀ ਚੰਦ ਨੂੰ ਕੋਲ ਬੁਲਾਇਆ, ਸਤਿਗੁਰਾਂ ਨੇ ਸੁਨੇਹਾ ਭੇਜਿਆ ਕਿ ਜਲਦੀ ਆ। ਇਸ਼ਨਾਨ ਕਰ ਰਿਹਾ ਸੀ ਉਸ ਵਕਤ ਪ੍ਰਿਥੀ ਚੰਦ, ਜਦੋਂ ਸੁਨੇਹਾ ਮਿਲਿਆ ਫਟਾਫਟ ਜਿਹੜੇ ਬਸਤਰ ਕੋਲ ਸਨ ਉਹੀ ਪਹਿਨ ਕੇ ਦੌੜਾ ਆਇਆ। ਅੱਗੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਤੱਕੇ, ਉਦੋਂ ਹੀ ਹੱਕਾ ਬੱਕਾ ਰਹਿ ਗਿਆ। ਮਹਾਰਾਜ ਚੌਥੇ ਪਾਤਸ਼ਾਹ ਜੀ ਦੋਹਾਂ ਚਿੱਠੀਆਂ ਬਾਰੇ ਪੁੱਛਦੇ ਨੇ, ਪਰ ਪ੍ਰਿਥੀਆ ਮੁੱਕਰ ਜਾਂਦਾ ਹੈ ਕਿ ਨਹੀਂ, ਕੋਈ ਚਿੱਠੀ ਨਹੀਂ ਮੈਨੂੰ ਮਿਲੀ। ਸਿੱਖ ਰਾਹ ਵਿੱਚ ਗਵਾ ਆਇਆ ਹੋਵੇਗਾ, ਕਿਸੇ ਹੋਰ ਨੂੰ ਦਿੱਤੀ ਹੋਵੇਗੀ, ਝੂਠ ਬੋਲਦਾ ਹੋਵੇਗਾ। ਮਹਾਰਾਜ ਜੀ ਨੇ ਵਾਰ-ਵਾਰ ਸਮਝਾਇਆ ਕਿ ਪੁੱਤਰ ਅਜੇ ਵੀ ਸਮਝ ਜਾ, ਪਰ ਨਹੀਂ ਸਮਝਿਆ, ਸਗੋਂ ਅਵਾ ਤਵਾ ਬੋਲਦਾ ਹੈ। ਸਿੱਖ ਨੂੰ ਇਹਦੇ ਘਰ ਭੇਜ ਕੇ ਇਹਦਾ ਘਰੋਂ ਉਹ ਜਿਹੜਾ ਹਜ਼ੂਰੀ ਵਿੱਚ ਆਉਣ ਵਾਲਾ ਜਾਮਾ ਸੀ, ਜਿਸ ਦੇ ਵਿੱਚ ਹੋਰ ਵੀ ਕਾਗਜ਼ ਪੱਤਰ ਰੱਖੇ ਸਨ ਜੇਬ ਵਿੱਚ, ਸਤਿਗੁਰੂ ਜੀ ਨੇ ਉਹ ਮੰਗਵਾ ਲਿਆ। ਵਿੱਚੋਂ ਚਿੱਠੀਆਂ ਨਿਕਲੀਆਂ। ਸ਼ਰਮਿੰਦਿਆਂ ਹੋਣਾ ਪਿਆ ਪ੍ਰਿਥੀਏ ਨੂੰ। ਸੋ ਇਉਂ ਧਰਤੀ ਵੱਲ ਨਿਗਾਹ ਗੱਡੀ ਖਲੋਤਾ ਹੋਇਆ ਹੈ। ਤੇ ਹੁਣ ਚੌਥੇ ਪਾਤਸ਼ਾਹ ਬਚਨ ਕਰਦੇ ਨੇ ਕਿ ਪ੍ਰਿਥੀ ਚੰਦ, ਜੇ ਤੂੰ ਕੋਈ ਕਿਸੇ ਪ੍ਰਕਾਰ ਹਿੰਮਤ ਰੱਖਦਾ, ਕੋਈ ਗਿਆਨ ਰੱਖਦਾ, ਕੋਈ ਸੋਝੀ ਰੱਖਦਾ, ਇਹ 3 ਪਦ ਹਨ ਸ਼ਬਦ ਦੇ, ਚੌਥਾ ਪਦ ਇਹਨਾਂ ਨਾਲ ਰਲਦਾ ਉਚਾਰਨ ਕਰਕੇ ਦਿਖਾ। ਪਰ ਪ੍ਰਿਥਵੀ ਵਿੱਚ ਇੰਨੀ ਸਮਰੱਥਾ ਕਿੱਥੇ ਸੀ, ਸੋ ਨਹੀਂ ਉਚਾਰਨ ਕਰ ਸਕਿਆ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਿਤਾ ਸਤਿਗੁਰਾਂ ਦਾ ਰੁਖ ਜਾਣਦਿਆਂ ਹੋਇਆਂ, ਗੁਰੂ ਕੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ, ਗੁਰੂ ਕੇ ਮਿਲਾਪ ਦਾ ਆਨੰਦ ਰੂਪ ਬਚਨ ਉਚਾਰਨ ਕੀਤਾ ਕਿ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਕੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਰਹਾਉ। ਪ੍ਰਸੰਨ ਹੋਏ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਜੋਤੀ ਜੋਤ ਸਮਾਉਣ ਦਾ ਵਕਤ ਨੇੜੇ ਹੈ। ਇਹ ਕੌਤਕ ਹੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਸ ਹਿਸਾਬ ਨਾਲ ਰਚਿਆ ਹੈ। ਸਾਰਾ ਸਤਿਗੁਰੂ ਜੀ ਨੇ ਪ੍ਰਬੰਧ ਹੀ ਐਸਾ ਕੀਤਾ ਹੈ, ਕਿਉਂਕਿ ਇਤਿਹਾਸ ਦੱਸਦਾ ਹੈ ਕਿ ਜਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਭਾਦਰੋਂ ਸੁਦੀ ਤ੍ਰੋਦਸੀ ਵਾਲੇ ਦਿਨ, ਤਾਂ ਉਦੋਂ ਸਤਿਗੁਰੂ ਰਾਮਦਾਸ ਜੀ ਦੀ ਸਰੀਰਕ ਉਮਰ ਸਮਾਪਤ ਸੀ। ਆਪਣੀ ਉਮਰ ਦੇ ਪੌਣੇ 7 ਸਾਲ ਵੀ ਸਤਿਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੇ ਸਨ। ਇਹ ਗੱਲ ਪ੍ਰਿਥਵੀ ਵੀ ਜਾਣਦਾ ਸੀ, ਤਾਂ ਹੀ ਉਹ ਦੂਰ ਨਹੀਂ ਸੀ ਜਾਣਾ ਚਾਹੁੰਦਾ ਕਿ ਸਤਿਗੁਰਾਂ ਜੋਤੀ ਜੋਤ ਸਮਾਉਣਾ ਤੇ ਮੈਂ ਪਿੱਛੋਂ ਸਭ ਕੁਝ ਸਾਂਭ ਲਵਾਂਗਾ। ਪਰ ਇਹ ਕੋਈ ਦੁਨਿਆਵੀ ਰਾਜ ਭਾਗ ਤਾਂ ਹੈ ਨਹੀਂ ਕਿ ਪਿਤਾ ਤੋਂ ਉਪਰੰਤ ਪੁੱਤਰ ਜਿਹੜਾ ਰਾਜਕੁਮਾਰ ਹੈ ਉਹ ਉਹਦਾ ਵਾਰਸ ਬਣੇ। ਇਹ ਤਾਂ ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤਿ ਪਾਇਕ। ਇਹ ਤਾਂ ਦਾਤ ਜੋਤ ਖਸਮੈ ਵਡਿਆਈ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੰਘਾਸਣ ਤੇ ਸੁਭਾਏਮਾਨ ਕੀਤਾ। ਨਾਰੀਅਲ 5 ਪੈਸੇ ਮੰਗਵਾ ਕੇ ਪ੍ਰਾਤਨ ਮਰਿਆਦਾ ਦੇ ਮੁਤਾਬਕ ਅੱਗੇ ਭੇਟਾ ਕਰਕੇ ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ। ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਹੋਇਆ ਕਿ ਉਠੋ, ਗੁਰਤਾ ਦੀ ਰੀਤ ਜਿਵੇਂ ਤੁਸੀਂ ਪਹਿਲਾਂ ਨਿਭਾਉਂਦੇ ਆ ਰਹੇ ਹੋ ਉਹ ਨਿਭਾਓ। ਕੇਸਰ ਚੰਦਨ ਘਸਾ ਕੇ ਤਿਆਰ ਕਰਕੇ ਗੁਰਤਾ ਦਾ ਟਿੱਕਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਸਤਕ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਏਮਾਨ ਕੀਤਾ। ਆਪ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਮਸਤਕ ਟੇਕਿਆ। ਗੁਰਤਾ ਦੀ ਜੋਤ ਆਪ ਜੀ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਕੀਤੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜਨ ਮਾਹੇ ਧਰੀ। ਜਗਤ ਦਾ ਪਾਰ ਉਤਾਰਾ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦੀ ਧੁਰੋਂ ਆਈ ਅਗੰਮੀ ਗੁਰਤਾ ਦੀ ਜੋਤ, ਜੋ ਆਪ ਜੀ ਦੇ ਹਿਰਦੇ ਵਿੱਚ ਸਤਿਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਪ੍ਰਕਾਸ਼ਮਾਨ ਹੋਈ ਸੀ, ਉਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਿਰਦੇ ਵਿੱਚ ਆਪ ਜੀ ਨੇ ਸੁਭਾਏਮਾਨ ਕਰ ਦਿੱਤੀ। ਸਾਰੀਆਂ ਸੰਗਤਾਂ ਨੇ ਮਸਤਕ ਟੇਕਿਆ। ਗੁਰੂ ਕੀ ਜੈ ਜੈਕਾਰ ਹੋਈ। ਇਉਂ ਅੱਜ ਦਾ ਦਿਨ ਇਹ ਭਾਦਰੋਂ ਸੁਦੀ ਦੂਜ ਦਾ ਦਿਨ ਹੈ। ਸੰਮਤ 1638 ਬਿਕਰਮੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਇਉਂ ਅੱਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਅਗਲੇ ਤੀਜ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸਨ।
ਅੱਜ ਦੂਜ ਤੇ ਨਾਲ ਹੀ ਤੀਜ ਦਾ ਦਿਹਾੜਾ ਦੋਵੇਂ ਇਕੱਠੇ ਆ ਰਹੇ ਨੇ। ਇਸ ਲਈ ਅੱਜ ਗੁਰਤਾ ਗੱਦੀ ਦਿਵਸ ਤੇ ਜੋਤੀ ਜੋਤ ਦਿਹਾੜਾ ਇੱਕੋ ਦਿਨ ਇਕੱਠੇ ਆਏ ਨੇ। ਕਿਵੇਂ ਇਸ ਤੋਂ ਬਾਅਦ ਅੱਗੇ ਕੌਤਕ ਵਾਪਰਦਾ ਹੈ, ਕਿਵੇਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਜੋਤੀ ਜੋਤ ਸਮਾਉਂਦੇ ਨੇ, ਇਹ ਬੇਨਤੀ ਦਾਸ ਕੱਲ ਨੂੰ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਆਪਾਂ ਅੱਗੇ ਵਿਚਾਰਾਂਗੇ। ਆਓ ਜੋ ਲੜੀਵਾਰ ਕਥਾ ਗੁਰ ਸ਼ਬਦ ਦੀ ਗੁਰਬਾਣੀ ਦੀ ਇਸ ਅਸਥਾਨ ਤੇ ਚੱਲਦੀ ਹੈ, ਅੱਜ ਦਾ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਗਰੀਬ ਨਵਾਜ ਪੰਚਮ ਪਾਤਸ਼ਾਹ ਜੀ ਜੋ ਉਪਦੇਸ਼ ਆਪਾਂ ਸਭਨਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਗੁਰੂ ਕੇ ਉਪਦੇਸ਼ ਗੁਰ ਸ਼ਬਦ ਦੇ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਚੌਪਦੇ ਘਰ ਪੰਜਵਾ। ਸਾਰੰਗ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰਾਗ ਦੇ ਪੰਜਵੇਂ ਘਰ ਭਾਵ ਸੁਰ ਤਾਲ ਦੇ ਵਿੱਚ 4 ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਨੇ। ਰਾਗ ਜਿੱਥੇ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤੇ ਨੇ, ਉੱਥੇ ਘਰ ਇਹ ਸੂਚਨਾ ਨਾਲ ਸਰਲੇਖਾਂ ਵਿੱਚ ਆਉਂਦੀ ਹੈ। ਹਿੰਦੁਸਤਾਨ ਦੀ ਰਾਗ ਪੱਧਤੀ ਦੇ ਮੁਤਾਬਕ ਰਾਗ ਦੇ 64 ਧਾਮ ਮੰਨੇ ਜਾਂਦੇ ਨੇ। 10 ਥਾਟ ਹਨ, 64 ਧਾਮ ਹਨ। ਜਿਹੜੇ ਥਾਟ ਹਨ ਇਹ ਸੁਰਾਂ ਨਾਲ ਸੰਬੰਧ ਰੱਖਦੇ ਨੇ, ਜਿਹੜੇ ਧਾਮ ਹਨ ਇਹ ਤਾਲ ਦੇ ਨਾਲ ਸੰਬੰਧ ਰੱਖਦੇ ਨੇ। 10 ਥਾਟਾਂ ਦੇ ਵਿੱਚੋਂ ਹੀ ਸਾਰੇ ਰਾਗ ਪੈਦਾ ਹੁੰਦੇ ਹਨ। ਰਾਗ ਵਿਦਿਆ ਨੂੰ ਜਾਣਨ ਵਾਲੇ ਗੁਰਮੁਖ ਪਿਆਰੇ ਤੇ ਹੋਰ ਵੀ ਜਿਹੜੇ ਰਾਗ ਵਿਦਿਆ ਦੇ ਮਾਹਰ ਹਨ, ਉਹ ਇਸ ਗੱਲ ਨੂੰ ਜਾਣਦੇ ਨੇ। ਧਾਮ ਜਿਹੜਾ ਹੈ ਇਹਨਾਂ ਦਾ ਤਾਲ ਦੇ ਨਾਲ ਸੰਬੰਧ ਹੈ। ਸੰਸਕ੍ਰਿਤ ਦਾ ਲਫ਼ਜ਼ ਹੈ ਧਾਮ ਤੇ ਇਹਦਾ ਪੰਜਾਬੀ ਵਿੱਚ ਅਨੁਵਾਦ ਬਣਦਾ ਹੈ ਘਰ। ਤਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਇੱਥੇ ਘਰ ਕਿਹਾ ਹੈ। 64 ਘਰਾਂ ਦੇ ਵਿੱਚੋਂ 17 ਘਰਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ। ਇਹ ਰਾਗ ਦੇ ਪੰਜਵੇਂ ਧਾਮ ਵਿੱਚ ਪੰਜਵੇਂ ਘਰ ਵਿੱਚ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹਨ, ਜਿਨ੍ਹਾਂ ਤੋਂ ਸ਼ਬਦ ਦੀ ਆਰੰਭਤਾ ਹੋ ਰਹੀ ਹੈ ਤੇ ਸਾਰਾ ਸ਼ਬਦ ਵਿਆਖਿਆ ਰੂਪ 4 ਪਦ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤੇ ਹਨ। ਏਕ ਓੰਕਾਰ ਸਤਿਗੁਰ ਪ੍ਰਸਾਦ। ਬੀਜ ਮੰਤਰ ਰੂਪ ਵਾਹਿਗੁਰੂ ਦਾ ਮੰਗਲ ਸਤਿਗੁਰੂ ਜੀ ਆਰੰਭ ਵਿੱਚ ਉਚਾਰਨ ਕਰਦੇ ਨੇ। ਇੱਕ ਅਦਵੈਤ ਰੂਪ ਅਦੁੱਤੀ ਇੱਕੋ ਇੱਕ ਓੰਕਾਰ ਸਰਬ ਦਾ ਪ੍ਰਕਾਸ਼ਕ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸਤ ਨਿਸ਼ਚੇ ਵਾਚਕ ਹੈ, ਸੱਚਾ ਹੈ, ਨਾਸ ਤੋਂ ਰਹਿਤ ਹੈ। ਗੁਰ ਚੇਤਨ ਰੂਪ ਹੈ, ਸ਼੍ਰੋਮਣੀ ਹੈ, ਪੂਜਨੀਕ ਹੈ, ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪ੍ਰਸਾਦ ਆਨੰਦ ਰੂਪ ਹੈ, ਸਤ ਚੇਤਨ ਆਨੰਦ ਰੂਪ। ਇਹ ਸਤ ਗੁਰ ਪ੍ਰਸਾਦ ਦਾ ਭਾਵ ਹੈ ਤੇ ਇਉਂ ਸੰਕੇਤਕ ਅਰਥ ਜਿਹੜੇ ਨੇ ਇਉਂ ਕੀਤੇ ਜਾਂਦੇ ਨੇ। ਇੱਕ ਓੰਕਾਰ, ਇੱਕ ਅਦੁੱਤੀ ਰੂਪ ਓੰਕਾਰ ਪ੍ਰਕਾਸ਼ਕ ਜੋ ਅਕਾਲ ਪੁਰਖ ਵਾਹਿਗੁਰੂ ਸਭਨਾ ਦਾ ਪਾਲਕ ਖਾਲਕ ਘਾਲਕ ਹੈ। ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਹਰ ਭਜ ਆਨ ਕਰਮ ਵਿਕਾਰ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਐ ਪ੍ਰਾਣੀ, ਐ ਗੁਰਸਿੱਖ ਪਿਆਰਿਆ, ਐ ਜੀਵ, ਐ ਮਨੁੱਖ, ਹਰ ਭਜ। ਹਰ ਜੋ ਦੁੱਖਾਂ ਨੂੰ ਹਰਨ ਵਾਲਾ ਹੈ, ਹਰ ਜੋ ਹਰੇ ਭਰੇ ਕਰਨ ਵਾਲਾ ਹੈ, ਨਾਮ ਦੀ ਦਾਤ ਦੇਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਭਜਨ ਕਰ। ਵਾਹਿਗੁਰੂ ਦੇ ਭਜਨ ਵਿੱਚ ਸਿਮਰਨ ਵਿੱਚ ਜੋੜ। ਆਨ ਕਰਮ ਵਿਕਾਰ, ਪਰਮਾਤਮਾ ਦੇ ਸਿਮਰਨ ਤੋਂ ਬਿਨਾ ਵਾਹਿਗੁਰੂ ਦੇ ਭਜਨ ਤੋਂ ਬਿਨਾ ਜਿਹੜੇ ਅਨੇਕ ਪ੍ਰਕਾਰ ਦੇ ਆਨ ਹੋਰ ਕਰਮ ਨੇ, ਵਿਕਾਰ ਉਹ ਬੇਕਾਰ ਹਨ, ਵਿਅਰਥ ਹਨ, ਕਿਸੇ ਲੇਖੇ ਵਿੱਚ ਨਹੀਂ। ਸਿਮਰਨ ਤੋਂ ਬਿਨਾ ਅਨੇਕ ਪ੍ਰਕਾਰ ਦੇ ਕਰਮ ਧਰਮ ਵੇਦਾਂ ਸ਼ਾਸਤਰਾਂ ਨੇ ਕਹੇ ਨੇ। ਕੋਈ ਤੀਰਥ ਇਸ਼ਨਾਨ, ਕੋਈ ਜਲ ਧਾਰੇ ਔਰ ਇਸੇ ਪ੍ਰਕਾਰ ਕੋਈ ਧੂਣੀਆਂ ਤੌਣੀਆਂ, ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਐਸੇ ਅਨੇਕ ਪ੍ਰਕਾਰ ਦੇ ਕਰਮ ਨੇ। ਜਪ ਤਪ ਸੰਜਮ ਦਾਨ ਅਨੇਕਾਂ ਕਰਮ ਕਹੇ ਜਾਂਦੇ ਨੇ। ਜੇ ਨਾਮ ਨਹੀਂ ਜਪਿਆ, ਜੇ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤਾਂ ਹੋਰ ਜਿੰਨੇ ਵੀ ਕਰਮ ਕੀਤੇ ਨੇ ਬੇਕਾਰ ਨੇ, ਵਿਅਰਥ ਨੇ। ਵਿਕਾਰਾਂ ਦਾ ਹੀ ਇਹ ਕਾਰਨ ਬਣਦੇ ਹਨ। ਬੜਾ ਸੁੰਦਰ ਵਿਦਵਾਨ ਜਨਾਂ ਨੇ ਬਚਨ ਕੀਤਾ ਹੈ। ਰਾਮ ਨਾਮ ਕੋ ਅੰਕ ਹੈ, ਸਭ ਸਾਧਨ ਹੈ ਸ਼ੂਨ। ਅੰਕ ਗਏ ਕੁਛ ਹਾਥ ਨ ਹੈ, ਅੰਕ ਮਿਲੇ 10 ਗੂਣ।
ਕਾਗਜ਼ ਲੈ ਲਈਏ ਵੱਡਾ ਸਾਰਾ, ਪੈਨ ਕਾਗਜ਼ ਜਾਂ ਕੋਈ ਕਲਮ ਵਗੈਰਾ ਪੈਨਸਲ ਵਗੈਰਾ ਲੈ ਲਈਏ ਤੇ ਸਿਫਰਾਂ ਲਿਖਣੀਆਂ ਸ਼ੁਰੂ ਕਰ ਦਈਏ, ਜ਼ੀਰੋ ਲਿਖੀ ਜਾਈਏ ਲਿਖ ਲਿਖ ਕੇ ਕਾਗਜ਼ ਭਰ ਦਈਏ, ਕੋਈ ਮੁੱਲ ਨਹੀਂ ਬਣਦਾ। ਐਵੇਂ ਹੀ ਹੈ, ਸਿਫਰ ਹੀ ਹੈ, ਸਭ ਕੁਝ ਖਤਮ ਹੀ ਹੈ, ਕੁਝ ਵੀ ਰਕਮ ਨਹੀਂ ਬਣਦੀ। ਪਰ ਜੇ ਪਹਿਲਾਂ ਅੰਕ ਲਿਖੀਏ, ਏਕਾ ਲਿਖੀਏ, ਫੇਰ ਜਿੰਨੀਆਂ ਸਿਫਰਾਂ ਪਾਵਾਂਗੇ ਮੁੱਲ 10-10 ਗੁਣਾ ਵੱਧਦਾ ਜਾਵੇਗਾ। ਏਕੇ ਨਾਲ ਜ਼ੀਰੋ ਪਾਈ 10 ਬਣ ਗਿਆ, ਇੱਕ ਹੋਰ ਸਿਫਰ ਪਾ ਦਿੱਤੀ 100 ਬਣ ਗਿਆ, 1000 10,000, ਇਉਂ 10-10 ਗੁਣਾ ਗਿਣਤੀ ਵੱਧਦੀ ਜਾਂਦੀ ਹੈ। ਰਾਮ ਨਾਮ ਕੋ ਅੰਕ ਹੈ, ਜੋ ਵਾਹਿਗੁਰੂ ਦਾ ਨਾਮ ਹੈ ਇਹ ਅੰਕ ਹੈ, ਇਹ ਏਕਾ ਹੈ। ਸਭ ਸਾਧਨ ਹੈ ਸੂਨ, ਬਾਕੀ ਸਾਰੇ ਸਾਧਨ ਜਿਹੜੇ ਨੇ ਸ਼ੂਨ ਨੇ, ਸਿਫਰ ਨੇ, ਜ਼ੀਰੋ ਨੇ। ਅੰਕ ਗਏ ਕੁਛ ਹਾਥ ਨੇ। ਜੇ ਅੰਕ ਕਾਇਮ ਨਹੀਂ, ਜੇ ਨਾਮ ਨਹੀਂ ਜਪਿਆ ਤਾਂ ਲੱਖਾਂ ਜ਼ੀਰੋਆਂ ਲਿਖਣ ਤੋਂ ਵੀ ਕੁਝ ਵੀ ਹੱਥ ਨਹੀਂ ਆਉਣਾ, ਕੁਝ ਮੁੱਲ ਨਹੀਂ ਬਣਨਾ। ਅੰਕ ਰਹੇ 10 ਗੁਣ, ਜੇ ਅੰਕ ਕਾਇਮ ਹੈ ਤਾਂ ਹਰ ਸਿਫਰ ਦਾ ਮੁੱਲ ਵੀ 10 ਗੁਣਾ ਵੱਧਦਾ ਜਾਂਦਾ ਹੈ। ਜੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਿਆ ਫੇਰ ਤਾਂ ਸਾਰੇ ਸਾਧਨ ਸਫਲੇ, ਸਾਰੇ ਕਰਮ ਸਫਲੇ। ਜੇ ਨਾਮ ਨਹੀਂ ਜਪਿਆ ਤਾਂ ਸਾਰੇ ਕਰਮਾਂ ਦਾ ਰਤੀ ਭਰ ਵੀ ਮੁੱਲ ਨਹੀਂ। ਆਨ ਕਰਮ ਵਿਕਾਰ, ਪਰਮਾਤਮਾ ਦੇ ਭਜਨ ਸਿਮਰਨ ਤੋਂ ਬਿਨਾ ਭਾਈ ਜਿਹੜੇ ਹੋਰ ਕਰਮ ਨੇ ਬੇਕਾਰ ਨੇ, ਵਿਅਰਥ ਨੇ। ਇਸੇ ਪ੍ਰਕਾਰ ਪਰਮਾਤਮਾ ਦੇ ਭਜਨ ਸਿਮਰਨ ਤੋਂ ਬਿਨਾ ਆ ਜਿਹੜੇ ਦੁਨਿਆਵੀ ਕੰਮਾਂ ਕਾਜਾਂ ਵਿੱਚ ਵੀ ਆਪਾਂ ਲੱਗੇ ਹੋਏ ਹਾਂ, ਬੇਸ਼ੱਕ ਇਹ ਸਭ ਕੁਛ ਜੀਵਤ ਕੋ ਵਿਵਹਾਰ ਤਾਂ ਹੈ, ਪਰ ਵਾਹਿਗੁਰੂ ਦੇ ਦਰ ਤੇ ਇਹਨਾਂ ਦੀ ਕੀਮਤ ਕੋਈ ਨਹੀਂ। ਪਰਮਾਤਮਾ ਦੇ ਦਰ ਤੇ ਇਹ ਬੇਕਾਰ ਹੀ ਨੇ, ਵਿਅਰਥ ਹੀ ਨੇ। ਹੋਰਨਾਂ ਕਰਮਾਂ ਵਿੱਚ ਲੱਗਾ ਜੀਵ ਵਿਕਾਰਾਂ ਵਿੱਚ ਹੀ ਪਿਆ ਰਹਿੰਦਾ ਹੈ। ਭਾਈ ਪਰਮਾਤਮਾ ਦਾ ਭਜਨ ਕਰ, ਸਿਮਰਨ ਕਰ, ਵਾਹਿਗੁਰੂ ਦੀ ਬੰਦਗੀ ਕਰ। ਮਾਨ ਮੋਹ ਨਾ ਬੁਝਤ ਤ੍ਰਿਸ਼ਨਾ, ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਅਨੇਕਾਂ ਕਰਮ ਕੀਤੇ, ਅਨੇਕਾਂ ਕਰਤੱਵ ਕੀਤੇ, ਭਾਈ ਉਹ ਕਰਦਿਆਂ ਹੋਇਆਂ ਵੀ ਮਾਨ ਮੋਹ ਨਾ ਬੁਝਤ ਤ੍ਰਿਸ਼ਨਾ। ਮਨ ਵਿੱਚੋਂ ਮਾਣ, ਹੰਕਾਰ, ਮੋਹ, ਦੁਨੀਆ ਦੀ ਪਕੜ ਤੇ ਤ੍ਰਿਸ਼ਨਾ, ਇਹ ਔਗਣ ਬੁਝਦੇ ਨਹੀਂ, ਖਤਮ ਨਹੀਂ ਹੁੰਦੇ। ਬਹੁਤੇ ਔਗਣਾਂ ਦਾ ਪ੍ਰਭਾਵ ਮਨ ਵਿੱਚ ਬਣਿਆ ਹੀ ਰਹਿੰਦਾ ਹੈ। ਕਾਲ ਗ੍ਰਸ ਸੰਸਾਰ, ਤੇ ਇਸ ਤਰ੍ਹਾਂ ਇਹ ਸਾਰਾ ਸੰਸਾਰ ਜਿਹੜਾ ਹੈ ਇਹ ਕਾਲ ਦਾ ਗ੍ਰਸਿਆ ਹੀ ਰਹਿੰਦਾ ਹੈ, ਕਾਲ ਦੀ ਗ੍ਰਾਹੀ ਬਣ ਜਾਂਦਾ ਹੈ, ਬੁਰਕੀ ਬਣ ਜਾਂਦਾ ਹੈ। ਸੋਰਠ ਰਾਗ ਵਿੱਚ ਅਸ਼ਟਪਦੀ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਬਹੁਤ ਜ਼ਿਆਦਾ ਸਿਮਰਤੀਆਂ ਦੇ ਪਾਠ ਪੜ ਲਏ, ਵੇਦਾਂ ਦੀ ਵਿਚਾਰ ਕਰ ਲਈ, ਨਿਉਲੀ ਕਰਮ ਨੀਤੀ ਧੋਤੀ ਇਤਿਆਦਿਕ ਕਰ ਲਏ, ਔਰ ਯੋਗ ਵਿਦਿਆ ਦਾ ਅਭਿਆਸ ਕਰਕੇ, ਯੋਗਾਸਨ ਕਰ ਕਰਕੇ ਭੁਜੰਗਮਾ ਨਾੜੀ ਨੂੰ ਸਾਧ ਲਿਆ, ਸਿੱਧਿਆਂ ਕਰ ਲਿਆ। ਇੰਨੇ ਕਰਮ ਕਰਨ ਦੇ ਬਾਵਜੂਦ ਵੀ ਜਿਹੜੇ ਪੰਜ ਕਾਮ ਇਤਿਆਦਿਕ ਨੇ, ਇਹਨਾਂ ਦਾ ਸਾਥ ਨਾ ਛੁੱਟਿਆ। ਮਨ ਜਿਹੜਾ ਸੀ ਵਿਕਾਰੀ ਬਣਿਆ ਹੀ ਰਿਹਾ, ਬਲਕਿ ਹੰਕਾਰ ਵਾਲੀ ਬੁੱਧ ਜਿਹੜੀ ਸੀ ਉਹ ਹੋਰ ਵੀ ਵੱਧ ਗਈ। ਮਨ ਵਿੱਚ ਇਹ ਮਾਣ ਆ ਗਿਆ, ਹੰਕਾਰ ਆ ਗਿਆ, ਮੈਂ ਯੋਗਾ ਅਭਿਆਸੀ ਹਾਂ, ਮੈਂ ਨੀਤੀ ਧੋਤੀ ਕਰਮ ਕਰਨ ਵਾਲਾ ਹਾਂ, ਮੈਂ ਵੇਦ ਸ਼ਾਸਤਰ ਪੜ੍ਹੇ ਵਿਚਾਰੇ ਨੇ, ਮੈਂ ਵਿਦਵਾਨ ਹਾਂ। ਹੰਕਾਰ ਬਿਰਤੀ ਜ਼ਿਆਦਾ ਵੱਧ ਜਾਂਦੀ ਹੈ, ਔਗਣ ਮਿਟਦੇ ਨਹੀਂ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਅਨੇਕਾਂ ਕਰਮ ਕਰ ਲਏ ਜਾਣ, ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਸਾਰਾ ਸ਼ਬਦ ਆਪਾਂ ਪੜ੍ਹੀਏ, ਸਮਾਂ ਨਹੀਂ ਮੈਂ ਪੂਰੇ ਸ਼ਬਦ ਦੀਆਂ ਪੰਗਤੀਆਂ ਸੰਗਤਾਂ ਦੇ ਸਨਮੁਖ ਰੱਖਾਂ। ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਜਿੰਨੇ ਮਰਜ਼ੀ ਕਰਮ ਕਰ ਲਈਏ, ਪਰ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਮਨ ਵਿੱਚੋਂ ਤ੍ਰਿਸ਼ਨਾ ਨਹੀਂ ਬੁਝਦੀ, ਮਨ ਵਿੱਚੋਂ ਮਾਣ ਵਡਿਆਈ ਹੰਗ ਦੀ ਭਾਵਨਾ ਖਤਮ ਨਹੀਂ ਹੁੰਦੀ, ਮਨ ਵਿੱਚੋਂ ਹੰਕਾਰ ਨਹੀਂ ਮਿਟਦਾ, ਜਿਹੜਾ ਮੋਹ ਹੈ ਇਹ ਨਾਸ ਨਹੀਂ ਹੁੰਦਾ। ਵੱਡੇ ਵੱਡੇ ਵਿਸ਼ਿਸ਼ਟ ਰਿਖੀ ਵਰਗੇ ਆਪਣਾ ਮੋਹ ਤਿਆਗ ਨਾ ਸਕੇ। ਪਿਛਲੇ ਦਿਨਾਂ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ, ਹੋਰ ਵੀ ਅਨੇਕਾਂ ਦਾ ਵਰਣਨ ਆਉਂਦਾ ਹੈ। ਇਉਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅਨੇਕਾਂ ਕਰਮ ਕੀਤੇ ਜਾਣ ਦੇ ਬਾਵਜੂਦ ਵੀ ਹੰਕਾਰ ਨਹੀਂ ਮਿਟਿਆ, ਮੋਹ ਨਹੀਂ ਟੁੱਟਾ, ਤ੍ਰਿਸ਼ਨਾ ਮਨ ਵਿੱਚੋਂ ਨਹੀਂ ਬੁਝੀ। ਪਦਾਰਥਾਂ ਦੇ ਪ੍ਰਾਪਤ ਕਰਨ ਦੀ ਤ੍ਰਿਸ਼ਨਾ, ਮਾਣ ਵਡਿਆਈ ਦੀ ਤ੍ਰਿਸ਼ਨਾ ਮਨ ਵਿੱਚ ਬਣੀ ਹੀ ਰਹਿੰਦੀ ਹੈ। ਜਦੋਂ ਇਹ ਔਗਣ ਹਿਰਦੇ ਵਿੱਚੋਂ ਨਹੀਂ ਛੁੱਟੇ ਤਾਂ ਕਾਲ ਗ੍ਰਸ ਸੰਸਾਰ, ਸਾਰਾ ਸੰਸਾਰ ਜਿਹੜਾ ਹੈ ਇਹ ਕਾਲ ਦਾ ਹੀ ਫਿਰ ਗ੍ਰਸਿਆ ਰਹਿੰਦਾ ਹੈ। ਕਾਲ ਚੱਕਰ ਅਧੀਨ ਜੰਮਦਾ ਮਰਦਾ ਰਹਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ, ਖਾਤ ਪੀਵਤ ਹਸਤ ਸੋਵਤ। ਕਿਵੇਂ ਮਨੁੱਖ ਆਪਣਾ ਜੀਵਨ ਬਿਤਾ ਰਿਹਾ ਹੈ? ਖਾਤ ਖਾਂਦਿਆਂ ਹੋਇਆਂ,
ਔਰ ਪੀਵਤ ਪੀਂਦਿਆਂ ਹੋਇਆਂ, ਹਸਤ ਹੱਸਦਿਆਂ ਖੇਡਦਿਆਂ ਹੋਇਆਂ ਤੇ ਸੋਵਤ ਸੌਂਦਿਆਂ ਹੋਇਆਂ। ਬਸ ਇਉਂ ਹੀ ਇਹ ਸਾਰਾ ਜੀਵਨ ਮਨੁੱਖ ਦਾ ਗੁਜ਼ਰ ਰਿਹਾ ਹੈ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਾਣ ਪੀਣ ਦੇ ਚਸਕੇ ਵਿੱਚ ਇੰਨਾ ਲੱਗਾ ਕਿ ਨਾ ਖਾਣ ਪੀਣ ਵਾਲੇ ਪਦਾਰਥ ਵੀ ਚੱਕੀ ਜਾਂਦਾ ਹੈ, ਖਾਈ ਪੀ ਵੀ ਜਾਂਦਾ ਹੈ। ਔਰ ਇਸੇ ਪ੍ਰਕਾਰ ਰਾਗ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੁੰਦਾ ਹੈ, ਹੱਸਦਾ ਖੇਡਦਾ ਤੇ ਸੌਂ ਕੇ ਆਪਣਾ ਸਮਾਂ ਬਤੀਤ ਕਰ ਦਿੰਦਾ ਹੈ। ਇਉਂ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਸੌਂਦਿਆਂ ਹੋਇਆਂ। ਔਦ ਬਿਤੀ ਅਸਾਰ। ਔਦ ਬਿਤੀ, ਜਿਹੜੀ ਮਨੁੱਖ ਦੀ ਔਦ ਉਮਰ ਸੀ, ਇਹ ਬਿਤੀ ਬੀਤ ਗਈ। ਬੀਤ ਜਾ ਹੈ ਜਨਮ ਅਕਾਜ ਰੇ। ਇਉਂ ਉਮਰ ਬੀਤ ਗਈ ਖਾਂਦਿਆਂ ਪੀਂਦਿਆਂ ਹੱਸਦਿਆਂ ਸੌਂਦਿਆਂ, ਪਰ ਅਸਾਰ ਲਾਪਰਵਾਹੀ ਦੇ ਵਿੱਚ ਹੀ ਗੁਜ਼ਰੀ। ਸਾਰ ਨਹੀਂ ਕੀਤੀ ਆਪਣੇ ਕੀਮਤੀ ਮਨੁੱਖਾ ਜਨਮ ਦੀ। ਇਸ ਜੀਵਨ ਦੀ ਕੀਮਤ ਨੂੰ ਨਹੀਂ ਜਾਣਿਆ। ਲਾਪਰਵਾਹ ਰਿਹਾ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ। ਜੈਸਾ ਸਤਿਗੁਰਾਂ ਦਾ ਬਚਨ ਹੈ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਦਿਨ ਕੰਮ ਕਾਰ ਕਰਦਿਆਂ ਬੀਤ ਗਏ, ਰਾਤ ਸੁੱਤਿਆਂ ਬੀਤ ਗਈ। ਹੀਰਿਆਂ ਤੋਂ ਵੀ ਕੀਮਤੀ ਮਨੁੱਖਾ ਜਨਮ ਸੀ, ਐਵੇਂ ਭੰਗ ਦੇ ਪਹਾੜੇ ਕੌਡੀਆਂ ਦੇ ਬਦਲੇ ਇਸ ਜੀਵ ਨੇ ਗਵਾ ਦਿੱਤਾ। ਐਸੇ ਕਾਹੇ ਭੂਲ ਭਰੇ, ਕਰਹਿ ਕਰਾਵਹਿ ਮੂਕਰ ਪਾਵਹਿ, ਪੇਖਤ ਸੁਨਤ ਸਦਾ ਸੰਗ ਹਰੇ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਸੋਨੇ ਨੂੰ ਛੱਡ ਕੇ ਕੱਚ ਦੇ ਵਿਹਾਜਣ ਵਿੱਚ ਇਹ ਜੀਵ ਲੱਗਾ ਹੋਇਆ ਹੈ। ਸੋਨੇ ਦੀ ਤਰ੍ਹਾਂ ਵਾਹਿਗੁਰੂ ਦਾ ਪਰਮ ਪਵਿੱਤਰ ਨਾਮ ਉਧਰ ਖਿਆਲ ਨਹੀਂ। ਕੱਚ ਦੀ ਤਰ੍ਹਾਂ ਦੁਨੀਆ ਦੇ ਭੋਗ ਪਦਾਰਥ, ਇਹਨਾਂ ਵਿੱਚ ਲੱਗਿਆਂ ਸਾਰੀ ਉਮਰ ਬੀਤ ਜਾਂਦੀ ਹੈ। ਔਦ ਬਿਤੀ ਅਸਾਰ। ਸਾਰ ਸੰਭਾਲ ਤੋਂ ਬਿਨਾਂ ਹੀ, ਜੀਵਨ ਦੀ ਕਦਰ ਕੀਤੇ ਤੋਂ ਬਿਨਾਂ ਹੀ, ਪ੍ਰਮਾਤਮਾ ਦੇ ਨਾਮ ਦੀ ਕਦਰ ਕੀਤੇ ਤੋਂ ਬਿਨਾਂ, ਗੁਰਮਤ ਦੀ ਗੁਰਸਿੱਖੀ ਦੀ ਕਦਰ ਕੀਤੇ ਤੋਂ ਬਿਨਾਂ, ਗੁਰੂ ਕੇ ਮਾਰਗ ਤੇ ਚੱਲੇ ਤੋਂ ਬਿਨਾਂ ਹੀ ਸਾਰੀ ਉਮਰ ਬੀਤ ਗਈ। ਅਕਾਰਥ ਹੀ ਸਾਰੀ ਉਮਰ ਐਵੇਂ ਹੀ ਗੁਜ਼ਰ ਗਈ। ਨਰਕ ਉਦਰ ਪ੍ਰਮੰਤ ਜਲ ਤੋ। ਤੇ ਫਿਰ ਇਹਦਾ ਨਤੀਜਾ ਕੀ ਨਿਕਲਦਾ? ਨਰਕ ਉਦਰ ਪ੍ਰਮੰਤ ਜਲ ਤੋ। ਨਰਕਾਂ ਦੇ ਵਿੱਚ ਇਹ ਜੀਵ ਪੈਂਦਾ ਹੈ। ਉਦਰ ਪ੍ਰਮੰਤ, ਵਾਰ-ਵਾਰ ਜੂਨਾਂ ਦੇ ਗੇੜਿਆਂ ਵਿੱਚ ਪੈਂਦਾ ਹੋਇਆ ਇਹ ਮਾਤਾ ਦੇ ਉਦਰ ਦੇ ਵਿੱਚ ਭਰਮਦਾ ਹੈ, ਭਟਕਦਾ ਹੈ। ਕਦੇ ਕਿਸੇ ਜੂਨ ਵਿੱਚ ਜਨਮ, ਕਦੇ ਕਿਸੇ ਜੂਨ ਵਿੱਚ। ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਤੇ ਹਰ ਜੂਨ ਵਿੱਚ ਜਨਮ ਲੈਣ ਲਈ ਮਾਤਾ ਦੇ ਗਰਭ ਵਿੱਚ ਇਹਨੂੰ ਪੁੱਠਾ ਲਟਕਣਾ ਪੈਂਦਾ, ਵਾਰ-ਵਾਰ ਆਉਣਾ ਪੈਂਦਾ। ਜਲਤਾ ਉਹ ਸੜਦਾ ਹੈ, ਦੁਖੀ ਹੁੰਦਾ ਹੈ, ਕਿਉਂਕਿ ਮਾਤਾ ਦੇ ਉਦਰ ਦੇ ਵਿੱਚ ਇੱਕ ਅਗਨੀ ਹੈ। ਹਰ ਜੀਵ ਦੇ, ਹਰ ਮਨੁੱਖ ਦੇ ਹਿਰਦੇ ਵਿੱਚ, ਪੇਟ ਵਿੱਚ ਇੱਕ ਅੱਗ ਬਲਦੀ ਹੈ, ਜਿਸ ਨੂੰ ਜਠਰ ਅਗਨੀ ਕਿਹਾ ਜਾਂਦਾ ਹੈ। ਜਠਰ ਦਾ ਅਰਥ ਹੀ ਪੇਟ ਹੁੰਦਾ ਹੈ, ਤੇ ਪੇਟ ਵਿੱਚ ਬਲਦੀ ਹੋਈ ਉਹ ਅਗਨੀ ਜਿਹੜੀ ਜਠਰ ਅਗਨੀ ਹੈ, ਉਹੀ ਸਾਡੇ ਖਾਧੇ ਹੋਏ ਭੋਜਨ ਨੂੰ ਹਜਮ ਕਰਦੀ ਹੈ। ਇੰਨੀ ਤੇਜ਼, ਇੰਨੀ ਪ੍ਰਚੰਡ ਕਿ ਜਿਹੋ ਜਿਹੀ ਵਸਤੂ ਵੀ ਆਪਾਂ ਖਾ ਲਈਏ ਉਹਨੂੰ ਸਾੜਦੀ ਹੈ, ਹਜਮ ਕਰਦੀ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨੇ ਉਸ ਜਠਰਾ ਅਗਨੀ ਦੇ ਵਿੱਚ ਇਸ ਸਰੀਰ ਨੂੰ ਪੈਦਾ ਕੀਤਾ ਹੋਇਆ ਹੈ। ਚਾਹੇ ਅੰਡਜ ਸ੍ਰਿਸ਼ਟੀ ਹੈ, ਚਾਹੇ ਜੇਰਜ ਹੈ। ਸੋ ਮਾਤਾ ਦੇ ਉਦਰ ਦੀ ਅੱਗ ਦੇ ਵਿੱਚ ਜੀਵ ਨੂੰ ਪੈ ਕੇ ਉਹਦਾ ਸੇਕ ਝੱਲਣਾ ਪੈਂਦਾ, ਸੜਨਾ ਪੈਂਦਾ ਹੈ। ਦੁਨੀਆ ਤੇ ਜਨਮ ਲੈ ਕੇ ਦੁੱਖਾਂ ਦੀ ਅੱਗ ਵਿੱਚ ਸੜਨਾ ਪੈਂਦਾ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਤਾ ਦੇ ਉਦਰ ਅੰਦਰ ਜਠਰਾ ਅਗਨੀ ਤੇਜ ਹੈ, ਬਾਹਰ ਹੈ ਜੜ ਚੇਤਨ ਮਾਇਆ ਰੂਪੀ ਅੱਗ ਵਿਆਪ ਰਹੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਉਂ ਇਹ ਪਾਪਾਂ ਤੇ ਦੁੱਖਾਂ ਵਿਕਾਰਾਂ ਦੀਆਂ ਅੱਗ ਦੀਆਂ ਨਦੀਆਂ ਪਈਆਂ ਚੱਲਦੀਆਂ ਨੇ। ਇਉਂ ਇਸ ਸੰਸਾਰ ਵਿੱਚ ਨਾਮ ਨਾ ਜਪਣ ਕਰਕੇ ਵਾਰ-ਵਾਰ ਜੀਵ ਨਰਕਾਂ ਵਿੱਚ ਪੈਂਦਾ ਹੈ। ਮਾਤਾ ਦੇ ਉਦਰ ਦੇ ਵਿੱਚ ਭਰਮਦਾ ਭਟਕਦਾ ਹੈ, ਜੂਨਾਂ ਵਿੱਚ ਪੈਂਦਾ ਹੈ, ਸੜਦਾ ਬਲਦਾ ਹੈ ਦੁੱਖਾਂ ਦੇ ਵਿੱਚ। ਜਮ ਹੈ ਕੀਨੀ ਸਾਰ। ਤੇ ਜਿਸ ਤਰੀਕੇ ਨਾਲ ਇਹ ਜੀਵਨ ਆਪਣਾ ਜੀਵ ਰਿਹਾ ਨਾ, ਇਹਨੂੰ ਵੇਖ ਵੇਖ ਕੇ ਜਮ ਹੈ ਕੀਨੀ ਸਾਰ। ਜਮ ਨੇ ਇਹਦੀ ਪੂਰੀ ਸਾਰ ਭਾਵ ਇਹਦੀ ਖਬਰ ਰੱਖੀ ਹੈ। ਜੀਵ ਕਰਮ ਕਰਦਾ ਹੈ, ਇਹਦੇ ਕਰਮਾਂ ਨੂੰ ਉਹ ਜਮ ਜਿਹੜਾ ਹੈ ਧਰਮ ਰਾਜਾ ਤੱਕ ਰਿਹਾ, ਵੇਖ ਰਿਹਾ, ਹਰ ਵੇਲੇ ਇਹਦੀ ਖਬਰ ਰੱਖ ਰਿਹਾ ਕਿ ਇਹ ਜੀਵ ਕੀ ਕਰ ਰਿਹਾ ਹੈ।
ਚਿੱਤਰਗੁਪਤ ਸਭ ਲਿਖਤੇ ਲੇਖਾ। ਸਾਰਾ ਲੇਖਾ ਲਿਖਿਆ ਜਾ ਰਿਹਾ ਹੈ ਤੇ ਆਖਰ ਨੂੰ ਜਮ ਦੇ ਵਸ ਹੀ ਇਹ ਜੀਵ ਜਾ ਕੇ ਪੈਂਦਾ ਹੈ। ਪਰ ਦਰੋਹ ਕਰਤ ਵਿਕਾਰ ਨਿੰਦਾ। ਪਰ ਦਰੋਹ ਕਰਤ, ਪਰਾਇਆਂ ਦੇ ਨਾਲ ਦਰੋਹ ਕਰਦਾ, ਧੋਖਾ ਕਰਦਾ, ਵੈਰ ਕਰਦਾ, ਵਲ ਕਰਦਾ, ਛਲ ਕਰਦਾ, ਬੜੀਆਂ ਹੇਰਾ ਫੇਰੀਆਂ ਕਰਦਾ ਹੈ। ਇੱਕ ਬੜਾ ਸੁੰਦਰ ਬਚਨ ਹੈ ਸਤਿਗੁਰੂ ਜੀ ਦਾ, ਨਿਤ ਨਿਹਫਲ ਕਰਮ ਕਮਾਏ ਬਫਾਵੈ ਦੁਰਮਤੀਆ, ਜਬ ਆਣੈ ਬਲਵੰਚ ਕਰ ਝੂਠ, ਤਬ ਜਾਣੈ ਜਗ ਜਿਤੀਆ। ਕਰਮ ਕਰਦਾ ਹੈ ਵਿਅਰਥ, ਜਿਨ੍ਹਾਂ ਦਾ ਕੋਈ ਪ੍ਰਮਾਤਮਾ ਦੇ ਦਰ ਤੇ ਮਹਾਤਮ ਨਹੀਂ ਮਿਲਣਾ, ਪਰ ਉਹਨਾਂ ਆਪਣੇ ਵਿਅਰਥ ਦੇ ਫੋਕਟ ਕਰਮਾਂ ਦਾ ਹੀ ਹੰਕਾਰ ਕਰੀ ਬੈਠਾ, ਮੈਂ ਇਹ ਕੀਤਾ, ਮੈਂ ਉਹ ਕੀਤਾ। ਜਬ ਆਣੈ ਬਲ ਵੰਚ ਕਰ ਝੂਠ, ਬਲ ਕਰਕੇ, ਖੋਹ ਖਿੰਜ ਕੇ, ਔਰ ਇਸੇ ਪ੍ਰਕਾਰ ਵਾਲ ਛਲ ਕਰਕੇ, ਬੰਚ ਖੋਹ ਕੇ ਜਦੋਂ ਲਿਆਉਂਦਾ ਹੈ, ਧੱਕਾ ਕੀਤਾ, ਬੇਈਮਾਨੀ ਕੀਤੀ, ਹੇਰਾ ਫੇਰੀ ਕੀਤੀ, ਔਰ ਬਹੁਤ ਜ਼ਿਆਦਾ ਇਉਂ ਲੋਕਾਂ ਦੇ ਨਾਲ ਲੁੱਟ ਖਸੁੱਟ ਕੀਤੀ, ਜਦੋਂ ਇਉਂ ਆਪਣੇ ਘਰ ਵਿੱਚ ਕੁਝ ਲੈ ਆਵੇ, ਤਬ ਜਾਣੈ ਜਗ ਜਿਤੀਆ। ਉਦੋਂ ਇਹ ਜਾਣਦਾ, ਇਹ ਸਮਝਦਾ ਕਿ ਮੈਂ ਦੁਨੀਆ ਨੂੰ ਜਿੱਤ ਲਿਆ। ਮੇਰੀ ਚਲਾਕੀ ਦਾ, ਮੇਰੀ ਹੇਰਾ ਫੇਰੀ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਮੇਰੇ ਅੱਗੇ ਕੋਈ ਆਕੜ ਨਹੀਂ ਸਕਿਆ, ਮੈਨੂੰ ਕੋਈ ਰੋਕ ਨਹੀਂ ਸਕਿਆ, ਮੈਂ ਤਾਂ ਦੁਨੀਆ ਨੂੰ ਜਿੱਤ ਲਿਆ। ਇਉਂ ਆਪਣੇ ਭੈੜੇ ਕਰਮ ਦਾ ਹੀ ਹੰਕਾਰ ਕਰੀ ਫਿਰਦਾ ਹੈ। ਹਜ਼ੂਰ ਫਰਮਾਉਂਦੇ ਨੇ, ਪਰ ਦਰੋਹ ਕਰਤ, ਪਰਾਇਆਂ ਨਾਲ ਦਰੋਹ ਕਰਦਾ ਹੈ, ਵਲ ਛਲ ਕਰਦਾ ਹੈ, ਧੋਖਾ ਕਰਦਾ ਹੈ, ਔਰ ਇਸੇ ਪ੍ਰਕਾਰ ਵਿਕਾਰ, ਤਰ੍ਹਾਂ ਤਰ੍ਹਾਂ ਦੇ ਵਿਕਾਰ ਕਰਦਾ ਹੈ। ਕਾਮ ਇਤਿਆਦਿਕ ਵਿਸ਼ਿਆਂ ਵਿੱਚ ਗ੍ਰਸਿਆ ਹੋਇਆ ਵਿਕਾਰਾਂ ਦੇ ਵਿੱਚ ਲੀਨ ਰਹਿੰਦਾ ਹੈ। ਨਿੰਦਾ, ਦੂਜਿਆਂ ਦੀ ਨਿੰਦਾ ਕਰਦਾ ਹੈ। ਆਪ ਭਾਵੇਂ ਲੱਖਾਂ ਔਗਣਾਂ ਦਾ ਭਰਿਆ ਹੋਵੇ, ਆਪਣੇ ਔਗਣ ਨਜ਼ਰ ਨਹੀਂ ਆਉਂਦੇ, ਪਰ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਯਤਨ ਜ਼ਰੂਰ ਕਰਨਾ ਹੈ। ਇਹ ਮਨੁੱਖ ਦਾ ਸੁਭਾਅ ਬਣਿਆ ਹੈ। ਨਿੰਦਾ ਕਰਦਾ ਹੈ ਦੂਸਰਿਆਂ ਦੀ। ਪਾਪ ਰਤ ਕਰ ਝਾਰ। ਪਾਪ ਰਤ, ਸਾਰੀ ਜ਼ਿੰਦਗੀ ਪਾਪਾਂ ਵਿੱਚ ਹੀ ਰੱਤਾ ਰਹਿੰਦਾ ਹੈ। ਕਰ ਝਾੜ, ਆਪਣੇ ਹੱਥ ਝਾੜ ਕੇ। ਜਿਵੇਂ ਕੋਈ ਕਹਿੰਦੇ ਨਾ ਕਿ ਹੱਥ ਧੋ ਕੇ ਪਿੱਛੇ ਪੈ ਗਿਆ, ਹੱਥ ਝਾੜ ਕੇ ਪਿੱਛੇ ਪੈ ਗਿਆ, ਇਉਂ ਹੱਥ ਝਾੜ ਕੇ ਹੀ ਪਾਪਾਂ ਦੇ ਪਿੱਛੇ ਪਿਆ ਹੋਇਆ। ਇੰਨਾ ਪਾਪਾਂ ਦੀ ਰੰਗਣ ਵਿੱਚ ਇਹ ਜੀਵ ਰੰਗਿਆ ਹੋਇਆ ਹੈ। ਤੇ ਮਹਾਰਾਜ ਇਸ ਨੂੰ ਸੁਚੇਤ ਕਰਦੇ ਨੇ, ਪਾਪ ਰਤ, ਭਾਈ ਜਿਹੜਾ ਤੂੰ ਪਾਪਾਂ ਵਿੱਚ ਰੰਗਿਆ ਰਹਿੰਦਾ ਹੈ ਨਾ, ਕਰ ਝਾੜ, ਧਰਮ ਰਾਜੇ ਨੇ ਤੇਰੇ ਹੱਥ ਝਾੜ ਦੇਣੇ ਨੇ। ਪਾਪ ਰਤ, ਰਤਿਆ ਹੋਇਆ ਹੈ ਪਾਪਾਂ ਵਿੱਚ, ਵਿਕਾਰ ਕਰਦਾ, ਨਿੰਦਾ ਕਰਦਾ, ਚੁਗਲੀ ਕਰਦਾ ਹੈ, ਧੋਖੇ ਵਲ ਛਲ ਕਰਦਾ ਹੈ। ਸੋ ਚੇਤੇ ਰੱਖ ਲਵੀਂ, ਕਰ ਝਾੜ, ਆਖਰ ਨੂੰ ਹੱਥ ਝਾੜ ਕੇ ਖਾਲੀ ਹੱਥੀਂ ਇਸ ਦੁਨੀਆ ਤੋਂ ਚਲੇ ਜਾਣਾ, ਕੁਝ ਵੀ ਪਦਾਰਥ ਨਾਲ ਨਹੀਂ ਜਾਣਾ। ਸੋ ਇਸੇ ਪ੍ਰਕਾਰ ਕਰ ਝਾੜ, ਝਾੜਦੇ ਆਪਣੇ ਹੱਥ ਇਹਨਾਂ ਪਾਪਾਂ ਵੱਲੋਂ, ਔਗਣਾਂ ਵੱਲੋਂ, ਵਿਕਾਰਾਂ ਵੱਲੋਂ, ਛੱਡਦੇ ਭਾਈ ਇਹਨਾਂ ਔਗਣਾਂ ਵਿਕਾਰਾਂ ਨੂੰ। ਬਿਨਾ ਸਤਿਗੁਰ ਬੂਝ ਨਾਹੀਂ। ਸਤਿਗੁਰੂ ਗਰੀਬ ਨਿਵਾਜ ਜੀ ਤੋਂ ਬਿਨਾ ਹੋਣ ਕਰਕੇ, ਗੁਰੂ ਕਾ ਲੜ ਨਾ ਲੱਗੇ ਹੋਣ ਕਰਕੇ, ਬੂਝ ਨਾਹੀਂ, ਪਰਮਾਰਥ ਦੀ ਬੂਝ ਸੋਝੀ ਹੀ ਇਸ ਜੀਵ ਨੂੰ ਪ੍ਰਾਪਤ ਨਾ ਹੋਈ। ਤਾਮ ਮੋਹ ਮਹਾ ਅੰਧਾਰ। ਮੋਹ ਦੇ ਹਨੇਰੇ ਵਿੱਚ ਪਿਆ ਰਹਿੰਦਾ ਹੈ, ਜਿਸ ਕਰਕੇ ਅਗਿਆਨਤਾ ਦਾ ਬਹੁਤਾ ਹਨੇਰਾ ਇਹਦੇ ਮਨ ਵਿੱਚ ਪਿਆ ਹੋਇਆ ਹੈ। ਤਾਮ, ਤਮਾ ਵਿੱਚ ਪਿਆ, ਲਾਲਚ ਵਿੱਚ ਲੱਗਾ ਹੋਇਆ ਹੈ, ਮੋਹ ਵਿੱਚ ਲੱਗਾ ਰਹਿੰਦਾ ਹੈ, ਤੇ ਅਗਿਆਨਤਾ ਦਾ ਬਹੁਤਾ ਹਨੇਰਾ ਜੀਵ ਦੇ ਹਿਰਦੇ ਵਿੱਚ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ, ਬਿਨਾ ਸਤਿਗੁਰ ਬੂਝ ਨਾਹੀਂ। ਗੁਰੂ ਤੋਂ ਬਿਨਾ ਕਦੇ ਜੀਵਨ ਦੀ, ਪਰਮਾਰਥ ਦੀ, ਅਰਥ ਪਰਮਾਰਥ ਦੀ ਸਮਝ ਹੀ ਨਹੀਂ ਪੈਂਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸੋ ਇਸ ਪ੍ਰਕਾਰ ਗੁਰੂ ਤੋਂ ਬਿਨਾ ਅਗਿਆਨਤਾ ਦਾ ਹਨੇਰਾ ਜਿਹੜਾ ਹੈ, ਇਹ ਮਨ ਵਿੱਚੋਂ ਮਿਟਦਾ ਨਹੀਂ, ਖਤਮ ਨਹੀਂ ਹੁੰਦਾ, ਬਣਿਆ ਹੀ ਰਹਿੰਦਾ ਹੈ। ਵੇਖ ਠਗੌਰੀ ਖਾਏ ਮੂਠੋ। ਵੇਖ ਜ਼ਹਿਰ ਵਰਗੀ ਜੋ ਵੇਖ ਵਿਸ਼ਿਆਂ ਵਿਕਾਰਾਂ ਦੀ ਠੱਗ ਬੂਠੀ ਹੈ, ਉਹਨੂੰ ਖਾ ਕੇ ਮੂਠੋਂ ਲੁੱਟਿਆ ਗਿਆ ਹੈ ਇਹ ਜੀਵ। ਜਿਵੇਂ ਪੁਰਾਣੇ ਸਮੇਂ ਵਿੱਚ ਜੰਗਲਾਂ ਵਿੱਚੋਂ, ਝੱਲਾਂ ਬੇਲਿਆਂ ਵਿੱਚੋਂ ਗੁਜ਼ਰਨ ਵਾਲੇ ਰਾਹੀਆਂ ਨੂੰ ਲੁੱਟਣ ਲਈ ਚੋਰ ਡਾਕੂ ਲੁਟੇਰੇ ਰਾਹ ਰੋਕਿਆ ਕਰਦੇ ਸਨ, ਤੇ ਜੰਗਲ ਦੀ ਇੱਕ ਜ਼ਹਿਰੀਲੀ ਬੂਟੀ ਉਹਨਾਂ ਨੇ ਕੋਲ ਰੱਖੀ ਹੁੰਦੀ ਸੀ, ਉਹ ਸੁੰਘਾ ਕੇ ਮਨੁੱਖ ਨੂੰ ਬੇਹੋਸ਼ ਕਰ ਦਿਆ ਕਰਦੇ ਸਨ। ਉਸ ਬੂਟੀ ਨੂੰ ਠੱਗ ਬੂਟੀ ਕਿਹਾ ਜਾਂਦਾ ਹੈ। ਸੋ ਇਸੇ ਪ੍ਰਕਾਰ ਮੋਹ ਮਾਇਆ ਰੂਪੀ ਠੱਗ ਬੂਟੀ ਹੈ। ਇਹਨੂੰ ਖਾ ਕੇ ਇਹ ਮਨੁੱਖ ਜਿਹੜਾ ਹੈ ਆਪਣੀ ਹੋਸ਼ ਭੁਲਾ ਬੈਠਾ, ਹੋਸ਼ ਫਰਮੋਸ਼ ਹੋਇਆ ਹੋਇਆ,
ਆਪਣੇ ਆਪ ਦਾ ਇਹਨੂੰ ਗਿਆਨ ਹੀ ਨਹੀਂ, ਲੁੱਟਿਆ ਗਿਆ ਹੈ ਵਿਸ਼ਾ ਵਿਕਾਰਾਂ ਦੇ ਵੱਲੋਂ। ਇਸ ਦੇਹ ਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟਹਿ ਮਨਮੁਖ ਨਹੀਂ ਬੂਝਹਿ, ਕੋਈ ਨਾ ਸੁਣੇ ਪੁਕਾਰਾ। ਇਉਂ ਲੁੱਟਿਆ ਗਿਆ ਹੈ, ਆਤਮਿਕ ਪੂੰਜੀ ਲੁਟਾ ਬੈਠਾ ਹੈ। ਚੇਤਨਾ ਸਿਰਜਣਹਾਰ, ਜੋ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ, ਉਹ ਕਦੇ ਚੇਤੇ ਨਹੀਂ ਆਇਆ, ਉਸ ਪ੍ਰਮਾਤਮਾ ਦਾ ਚਿੰਤਨ ਨਹੀਂ ਕੀਤਾ। ਗੋਬਿੰਦ ਗੋਪਤ ਹੋਏ ਰਹਿਓ ਨਿਆਰੋ, ਗੋਬਿੰਦ ਅਕਾਲ ਪੁਰਖ ਵਾਹਿਗੁਰੂ ਵਸਦਾ ਤਾਂ ਸਾਰਿਆਂ ਥਾਵਾਂ ਤੇ ਹੈ, ਪਰ ਗੁਪਤ ਹੋ ਕੇ ਵਸ ਰਿਹਾ ਹੈ। ਨਿਆਰਾ ਹੈ, ਅਸੰਗ ਹੈ, ਨਿਰਲੇਪ ਹੈ ਸਾਰਿਆਂ ਨਾਲੋਂ, ਸਾਰਿਆਂ ਦੇ ਹਿਰਦੇ ਵਿੱਚ ਗੁਪਤ ਰੂਪ ਵਿੱਚ ਵਸਦਾ ਹੈ। ਮਾਤੰਗ ਮਤ ਅਹੰਕਾਰ, ਪਰ ਇਹ ਜਿਹੜਾ ਮਨੁੱਖ ਹੈ ਨਾ, ਉਸ ਪ੍ਰਮਾਤਮਾ ਅੰਦਰ ਵਸਦੇ ਹੋਏ ਨੂੰ ਵੇਖ ਨਹੀਂ ਸਕਿਆ, ਜਾਣ ਨਹੀਂ ਸਕਿਆ। ਕਿਉਂ? ਕਿਉਂਕਿ ਮਾਤੰਗ ਮਤ ਅਹੰਕਾਰ। ਮਾਤੰਗ ਨਾਮ ਹੈ ਹਾਥੀ ਦਾ, ਮਤ ਤੋਂ ਭਾਵ ਹੈ ਮਸਤ। ਜਿਵੇਂ ਮਸਤਿਆ ਹੋਇਆ ਹਾਥੀ ਹੈ, ਜਿਹਨੂੰ ਸ਼ਰਾਬ ਪਿਆਈ ਜਾਵੇ, ਮਸਤਿਆ ਹੋਇਆ ਹਾਥੀ ਫੁੰਕਾਰੇ ਮਾਰਦਾ ਹੈ ਔਰ ਉਸ ਨੂੰ ਸੁਝਦਾ ਕੁਝ ਨਹੀਂ। ਇਉਂ ਹੰਕਾਰ ਵਿੱਚ ਇਹ ਹਾਥੀ ਵਾਂਗੂ ਮਸਤ ਹੋਇਆ ਹੋਇਆ ਹੈ, ਹੰਕਾਰ ਵਿੱਚ ਆਫਰਿਆ ਫਿਰਦਾ, ਫੂੰ ਫੂੰ ਕਰਦਾ ਫਿਰਦਾ ਹੈ। ਸੋ ਇਉਂ ਔਗਣਾਂ ਵਿੱਚ ਲੱਗਾ ਹੋਣ ਕਰਕੇ ਗੁਪਤ ਵਸਦੇ ਹਿਰਦੇ ਵਿੱਚ ਉਸ ਵਾਹਿਗੁਰੂ ਨੂੰ ਇਹ ਜਾਣ ਨਹੀਂ ਸਕਿਆ। ਕਰ ਕਿਰਪਾ ਪ੍ਰਭ ਸੰਤ ਰਾਖੇ, ਸਤਿਗੁਰੂ ਜੀ ਹੁਣ ਅੰਤਲੇ ਪਦੇ ਵਿੱਚ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਤੇ ਆਪ ਕਿਰਪਾ ਕੀਤੀ ਹੈ। ਸੰਤ ਜਨ ਜੋ ਸ਼ਾਂਤ ਚਿਤ ਆਤਮਾ ਵਾਲੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਤੇ ਪ੍ਰਭ ਪਰਮਾਤਮਾ ਵਾਹਿਗੁਰੂ ਰੱਖਿਅਕ ਸਰੂਪ ਨੇ ਆਪਣੀ ਕਿਰਪਾ ਕੀਤੀ, ਉਹਨਾਂ ਨੂੰ ਰੱਖ ਲਿਆ ਹੈ, ਬਚਾ ਲਿਆ ਹੈ ਇਹਨਾਂ ਔਗਣਾਂ ਤੋਂ, ਬਚਾ ਲਿਆ ਹੰਕਾਰ ਤੋਂ, ਬਚਾ ਲਿਆ ਵਿਸ਼ੇ ਵਾਸ਼ਨਾ ਤੋਂ। ਹਰ ਪ੍ਰਕਾਰ ਆਪਣੇ ਪਿਆਰਿਆਂ ਦੀ ਰੱਖਿਆ ਵਾਹਿਗੁਰੂ ਨੇ ਕੀਤੀ ਹੈ। ਚਰਨ ਕਮਲ ਆਧਾਰ, ਆਪਣੇ ਕਮਲਾ ਵਰਗੇ ਸੁੰਦਰ ਨਾਮ ਰੂਪੀ ਸ਼ਬਦ ਰੂਪੀ ਚਰਨਾਂ ਦਾ ਆਧਾਰ ਆਸਰਾ ਆਪਣੇ ਸੰਤਾਂ ਪਿਆਰਿਆਂ ਨੂੰ ਵਾਹਿਗੁਰੂ ਨੇ ਬਖਸ਼ਿਆ ਹੈ। ਕਰ ਜੋਰ ਨਾਨਕ ਸਰਣ ਆਇਓ, ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਸ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਬੇਨਤੀ ਨਿਤਾ ਪ੍ਰਤੀ ਕਰਿਆ ਕਰੀਏ ਕਿ ਮਹਾਰਾਜ, ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਬਾਹਰੀ ਤੌਰ ਤੇ ਵੀ ਆਪਣੇ ਦੋਵੇਂ ਹੱਥ ਜੋੜ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ, ਅੰਤਰੀਵ ਤੌਰ ਤੇ ਮਨ ਅਤੇ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਵਾਹਿਗੁਰੂ ਜੀਓ। ਗੋਪਾਲ ਪੁਰਖ ਅਪਾਰ, ਆਪ ਜੀ ਗੋਪਾਲ ਇੰਦਰੀਆਂ ਦੇ ਪਾਲਣ ਵਾਲੇ, ਸੰਸਾਰ ਦੀ ਪਾਲਣਾ ਕਰਨ ਵਾਲੇ ਹੋ, ਪੁਰਖ ਸਾਰੇ ਪਰਿਪੂਰਨ ਹੋ, ਅਪਾਰ ਪਾਰਾਵਾਰ ਤੋਂ ਰਹਿਤ ਹੋ। ਹੇ ਐਸੇ ਬੇਅੰਤ ਰੂਪ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜਿਵੇਂ ਆਪ ਜੀ ਆਪਣੇ ਸੰਤਾਂ ਪਿਆਰਿਆਂ ਦੀ ਰੱਖਿਆ ਕਰਦੇ ਹੋ, ਇਸੇ ਤਰ੍ਹਾਂ ਗੋਪਾਲ ਪੁਰਖ ਅਪਾਰ ਵਾਹਿਗੁਰੂ ਜੀ ਮੇਰੀ ਵੀ ਰੱਖਿਆ ਕਰੋ। ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਇਹਨਾਂ ਔਗਣਾਂ ਤੇ ਵਿਗਾਰਾਂ ਔਗਣਾਂ ਤੋਂ ਬਚਾ ਲਾਓ। ਇਹ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ। ਕਰ ਕਿਰਪਾ ਪ੍ਰਭ ਸੰਤ ਰਾਖੇ, ਚਰਨ ਕਮਲ ਆਧਾਰ, ਕਰ ਜੋਰ ਨਾਨਕ ਸਰਣ ਆਇਓ। ਗੋਪਾਲ